Hey guys, what's up? Welcome to Career Edge। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਇੱਕ ਥੋੜਾ ਜਿਹਾ ਮੈਂ ਇੰਟਰੋਡਕਸ਼ਨ ਦੇ ਦਾਂ। ਦੇਖੋ ਕਰੀਅਰ ਐਜ ਸਾਰੇ ਸਬਜੈਕਟਸ ਲਈ ਸਾਰੇ ਐਗਜ਼ਾਮਸ ਲਈ ਇੱਕ ਆਨਲਾਈਨ ਕੋਰਸ ਲੈ ਕੇ ਆ ਰਿਹਾ ਹੈ ਜਿਸ ਦੇ ਵਿੱਚ ਕਿ ਸਾਰੇ ਸਬਜੈਕਟਸ ਕਵਰ ਹੋਣਗੇ। ਠੀਕ ਹੈ, ਪ੍ਰੋਪਰ ਸਬਜੈਕਟ ਵਾਈਜ਼ ਚੈਪਟਰ ਵਾਈਜ਼ ਤੁਹਾਨੂੰ ਹਰ ਇੱਕ ਸਬਜੈਕਟ ਦੇ ਜਿਹੜੇ ਲੈਕਚਰਸ ਮਿਲਣਗੇ। ਠੀਕ ਹੈ, ਜਿਹੜੇ ਕਿ ਪੰਜਾਬ ਦੇ ਹਰ ਇੱਕ ਐਗਜ਼ਾਮ ਲਈ ਰੈਲੀਵੈਂਟ ਹੋਏਗਾ। ਠੀਕ ਹੈ, ਹਰ ਇੱਕ ਸਬਜੈਕਟ GS ਮੈਥ ਰੀਜ਼ਨਿੰਗ ਐਵਰੀ ਸਬਜੈਕਟ ਵਿਲ ਬੀ ਕਵਰਡ। ਠੀਕ ਹੈ, ਇੱਕ ਹੀ ਪੈਕੇਜ ਦੇ ਵਿੱਚ ਤੁਹਾਨੂੰ ਸਾਰੇ ਸਬਜੈਕਟ ਮਿਲਣਗੇ ਔਰ ਪ੍ਰੋਪਰ ਕੈਟੇਗਰੀ ਦੇ ਵਿੱਚ ਮਿਲਣਗੇ। ਚੈਪਟਰ ਵਾਈਜ਼ ਹਰ ਚੀਜ਼ ਮਿਲੇਗੀ। ਠੀਕ ਹੈ, ਤੁਹਾਨੂੰ ਕੁਝ ਵੀ ਤੁਹਾਨੂੰ ਅਰੇਂਜ ਨਹੀਂ ਕਰਨਾ ਵੀ ਤੁਸੀਂ ਇਹ ਪੜ੍ਹਨਾ ਜਾਂ ਉਹ ਪੜ੍ਹਨਾ। ਤੁਹਾਡੇ ਲਈ ਸਾਰਾ ਕੰਮ ਜਿਹੜਾ ਅਰੇਂਜ ਵਾਲਾ ਅਸੀਂ ਕੀਤਾ ਹੈ, ਤੁਹਾਨੂੰ ਪ੍ਰੋਪਰ ਇੱਕ ਪਲੇਲਿਸਟ ਬਣਾ ਕੇ ਦੇਵਾਂਗੇ। ਠੀਕ ਹੈ, ਚੈਪਟਰ ਵਾਈਜ਼ ਹਰ ਇੱਕ ਚੀਜ਼ ਦੀ ਡਿਟੇਲ ਲਿਖੀ ਹੋਏਗੀ, ਤੁਸੀਂ ਬਸ ਉਸ ਨੂੰ ਰੈਗੂਲਰਲੀ ਫੋਲੋ ਕਰਨਾ ਹੈ। ਠੀਕ ਹੈ, ਹੋਰ ਜ਼ਿਆਦਾ ਡਿਟੇਲ ਲਈ ਤੁਸੀਂ ਇਸ ਹੈਲਪਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਅੱਛਾ, ਇਸ ਤੋਂ ਹੁਣ ਲੈਕਚਰ ਦੀ ਗੱਲ ਕਰੀਏ ਆਪਾਂ। ਇਸ ਲੈਕਚਰ ਆਪਾਂ GS ਦੇ ਵਿੱਚ GS ਕਰ ਰਹੇ ਹਾਂ। ਇਸ ਸੈਸ਼ਨ ਦੇ ਵਿੱਚ ਇੱਕ ਜਿਹੜਾ ਲੈਕਚਰ ਆਪਣਾ ਆਲਰੇਡੀ ਹੋ ਚੁੱਕਿਆ ਜਿਹੜਾ ਕਿ ਚੈਪਟਰ 1 ਸੀ, ਉਸ ਦੇ ਵਿੱਚ ਅਸੀਂ ਕਵਰ ਕੀਤਾ ਐਡਵੈਂਟ ਆਫ ਯੂਰੋਪੀਅਨਸ। ਹੁਣ ਅੱਜ ਆਪਾਂ ਕਵਰ ਕਰਾਂਗੇ ਸੈਕਿੰਡ ਚੈਪਟਰ। ਇਹ ਸਾਡਾ ਸੈਕਿੰਡ ਸੈਸ਼ਨ ਹੈਗਾ ਮਾਡਰਨ ਹਿਸਟਰੀ ਦਾ। ਠੀਕ ਹੈ, ਉਸ ਦੇ ਵਿੱਚ ਅਸੀਂ ਸੈਕਿੰਡ ਚੈਪਟਰ ਕਵਰ ਕਰਾਂਗੇ ਜਿਹੜਾ ਕਿ ਐਕਸਪੈਂਸ਼ਨ ਐਂਡ ਕੰਸੋਲੀਡੇਸ਼ਨ ਆਫ ਬ੍ਰਿਟਿਸ਼ ਪਾਵਰ ਇਨ ਇੰਡੀਆ। ਦੇਖੋ ਲਾਸਟ ਸੈਸ਼ਨ ਦੇ ਵਿੱਚ ਅਸੀਂ ਸਾਰੇ ਯੂਰੋਪੀਅਨਸ ਦਾ ਐਡਵੈਂਟ ਕੀਤਾ ਸੀਗਾ ਵੀ ਉਹਨਾਂ ਦਾ ਕਿਵੇਂ ਆਏ ਉਹ। ਠੀਕ ਹੈ, ਸਾਰਾ ਐਡਵੈਂਟ ਕੀਤਾ ਸੀ ਡਿਫਰੈਂਟ ਯੂਰੋਪੀਅਨਸ ਦਾ। ਅਸੀਂ ਫਾਈਨਲੀ ਦੇਖਿਆ ਸੀਗਾ 1760 ਦੇ ਵਿੱਚ ਐਂਗਲੋ ਫ੍ਰੈਂਚ ਜਿਹੜੀ ਵਾਰ ਹੋਈ ਸੀ, ਬੈਟਲ ਆਫ ਵੋਂਦੀਵੋਸ਼ ਹੋਈ ਸੀ, ਉਸ ਦੇ ਵਿੱਚ ਇੰਗਲੈਂਡ ਉੱਭਰ ਕੇ ਆਇਆ ਸੀਗਾ। ਠੀਕ ਹੈ, ਫ੍ਰੈਂਚ ਹਾਰ ਗਿਆ ਸੀਗਾ ਅਤੇ ਜਿਹੜਾ ਇੰਗਲੈਂਡ ਇੰਗਲਿਸ਼ ਕੰਪਨੀ ਸੀ ਉਹ ਜਿੱਤ ਕੇ ਆਈ ਸੀਗੀ। ਠੀਕ ਹੈ, ਤਾਂ ਇੱਥੋਂ ਆਪਾਂ ਨੂੰ ਥੋੜ੍ਹਾ ਜਿਹਾ ਕਲੀਅਰ ਹੋ ਗਿਆ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇੰਗਲਿਸ਼ ਕੰਪਨੀ ਹੈ ਉਹ ਪ੍ਰੋਗਰੈਸ ਕਰਨ ਜਾ ਰਹੀ ਹੈ ਇੰਡੀਆ ਦੇ ਵਿੱਚ, ਫ੍ਰੈਂਚ ਨਹੀਂ। ਠੀਕ ਹੈ, ਹੋਰ ਵੀ ਇਹਦੇ ਇਸ ਟਾਈਮ ਪੀਰੀਅਡ ਦੇ ਅਰਾਊਂਡ ਹੋਰ ਵੀ ਇਵੈਂਟਸ ਹੋਈਆਂ ਸੀ, ਜਿਵੇਂ ਕਿ 1759 ਦੇ ਵਿੱਚ ਬੈਟਲ ਆਫ ਬਿਦਾਰਾ ਹੋਈ ਸੀ। ਇਹ ਵੀ ਅਸੀਂ ਪੜ੍ਹੀ ਸੀ ਬੈਟਲ ਆਫ ਬਿਦਾਰਾ। ਇਸ ਦੇ ਵਿੱਚ ਕੀ ਸੀਗੇ, ਜਿਹੜੇ ਡੱਚ ਹਾਰ ਗਏ ਸੀਗੇ, ਕਿਹਦੇ ਹੱਥੋਂ? ਅਗੇਨ ਇੰਗਲੈਂਡ ਦੇ ਹੱਥੋਂ। ਠੀਕ ਹੈ, ਡੱਚ ਹਾਰ ਗਏ ਸੀ। ਹੋਰ ਵੀ ਇਵੈਂਟਸ ਹੋਈਆਂ ਸੀਗੀਆਂ 1757 ਦੇ ਵਿੱਚ ਬੈਟਲ ਆਫ ਪਲਾਸੀ। ਠੀਕ ਹੈ, ਇਸ ਦੇ ਵਿੱਚ ਵੀ ਜਿਹੜਾ ਬੰਗਾਲ ਦਾ ਨਵਾਬ ਸੀਗਾ ਇੰਡੀਆ ਦੇ ਵਿੱਚ ਉਹ ਹਾਰਿਆ ਸੀਗਾ। ਠੀਕ ਹੈ, ਹੋਰ ਇਵੈਂਟਸ ਕਿਹੜੀਆਂ ਹੋਈਆਂ ਸੀਗੀਆਂ ਇਸ ਦੇ ਵਿੱਚ? 1761 ਦੇ ਵਿੱਚ ਥਰਡ ਬੈਟਲ ਆਫ ਪਾਨੀਪਤ ਹੋਈ ਸੀਗੀ। ਜਿਸ ਦੇ ਵਿੱਚ ਕਿ ਮਰਾਠਾਸ ਹਾਰ ਗਏ ਸੀਗੇ। ਮਰਾਠਾਸ ਹਾਰ ਗਏ ਸੀ ਕਿਹਦੇ ਹੱਥੋਂ? ਅਬਦਾਲੀ ਦੇ ਹੱਥੋਂ, ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ। ਤਾਂ ਇਹ ਸਾਰੇ ਦੇਖੋ ਬਿਲਕੁਲ ਨੇੜੇ ਸਾਰੇ ਜਿਹੜੇ ਟਾਈਮ ਪੀਰੀਅਡਸ ਨੇਗੇ। ਤਾਂ ਇਹਨਾਂ ਸਾਰੇ ਪੀਰੀਅਡਸ ਤੋਂ ਇੱਕੋ ਚੀਜ਼ ਨਿਕਲ ਕੇ ਆਈ ਕਿ ਹੋਰ ਕੋਈ ਨਹੀਂ ਬਟ ਇੰਗਲਿਸ਼ ਕੰਪਨੀ ਹੈ ਜਿਹੜੀ, ਜਾਂ ਇੰਗਲੈਂਡ ਹੈ, ਉਹ ਹੀ ਇੰਡੀਆ ਦੇ ਵਿੱਚ ਰੂਲ ਕਰਨ ਜਾ ਰਿਹਾ। ਈਵਨ ਕਿ ਜਦੋਂ ਮਰਾਠਾਸ ਹਾਰ ਗਏ ਸੀ, ਇਸ ਤੋਂ ਪਹਿਲਾਂ ਕੰਸੀਡਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਮੁਗਲ ਐਮਪਾਇਰ ਤੋਂ ਬਾਅਦ ਮਰਾਠਾਸ ਨੇ ਜਿਹੜੇ ਉਹ ਰੂਲ ਕਰਨਗੇ ਇੰਡੀਆ ਦੇ ਵਿੱਚ। ਬਟ ਕਿਉਂਕਿ ਹੁਣ 1761 ਦੇ ਵਿੱਚ ਮਰਾਠਾਸ ਵੀ ਹਾਰ ਗਏ, ਤਾਂ ਹੋਰ ਕੋਈ ਰਹਿ ਨਹੀਂ ਗਿਆ ਸੀਗਾ ਜਿਹੜਾ ਕਿ ਇੰਡੀਆ ਵਰਗੇ ਦੇਸ਼ ਦੇ ਉੱਪਰ ਐਡੇ ਵੱਡੇ ਜੋਗਰਾਫੀ ਦੇ ਉੱਪਰ ਰੂਲ ਕਰ ਸਕੇ। ਤਾਂ ਸਿਰਫ ਇੰਗਲੈਂਡ ਨੂੰ ਹੀ ਫਿਰ ਪ੍ਰੋਪੋਨੈਂਟ ਦੇਖਿਆ ਗਿਆ ਕਿ ਹਾਂ ਇੰਗਲੈਂਡ ਹੋ ਸਕਦਾ ਹੈ, ਇੰਗਲਿਸ਼ ਕੰਪਨੀ ਹੋ ਸਕਦੀ ਹੈ ਜਿਹੜੀ ਕਿ ਰੂਲ ਕਰੇ। ਠੀਕ ਹੈ, ਅੱਜ ਅਸੀਂ ਉਹੀ ਚੀਜ਼ ਪੜ੍ਹਾਂਗੇ ਕਿ ਬ੍ਰਿਟਿਸ਼ ਕੰਪਨੀ ਨੇ ਕਿਵੇਂ ਐਕਸਪੈਂਡ ਕੀਤਾ ਅਤੇ ਆਪਣੀ ਪਾਵਰ ਨੂੰ ਕਿਵੇਂ ਕੰਸੋਲੀਡੇਟ ਕੀਤਾ। ਠੀਕ ਹੈ, ਚਲੋ ਜੀ ਲੈਟਸ ਬਿਗਨ। ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਕਰੀਏ ਕਿ 1757 ਦੇ ਵਿੱਚ ਬੈਟਲ ਆਫ ਪਲਾਸੀ ਹੋਈ। ਠੀਕ ਹੈ ਨਾ, ਇਹ ਸਭ ਤੋਂ ਫਾਊਂਡੇਸ਼ਨ ਕਹਿ ਸਕਦੇ ਹਾਂ ਆਪਾਂ ਜਿਹੜੀ ਕਿ ਇੰਗਲਿਸ਼ ਪਾਵਰ ਦੀ ਹੈ ਬ੍ਰਿਟਿਸ਼ ਰੂਲ ਦੇ ਵਿੱਚ। ਮਤਲਬ ਇੰਡੀਆ ਦੇ ਵਿੱਚ ਜੇ ਬ੍ਰਿਟਿਸ਼ ਰੂਲ ਦੀ ਫਾਊਂਡੇਸ਼ਨ ਦੀ ਗੱਲ ਕਰੀਏ ਬ੍ਰਿਟਿਸ਼ ਰੂਲ ਦੀ, ਤਾਂ ਉਹ ਬੈਟਲ ਆਫ ਪਲਾਸੀ ਨੂੰ ਕਹਾਂਗੇ ਆਪਾਂ। ਠੀਕ ਹੈ, ਕਿਹਦੇ ਵਿੱਚ ਹੋਈ ਸੀ ਇਹ? ਨਵਾਬ ਆਫ ਬੰਗਾਲ, ਕੀ ਨਾਮ ਸੀ ਉਹਨਾਂ ਦਾ? ਸਿਰਾਜੂਦੋਲਾ। ਅਤੇ ਇਹ ਬ੍ਰਿਟਿਸ਼ ਦੇ ਵਿੱਚ, ਬ੍ਰਿਟਿਸ਼ ਦਾ ਕੌਣ ਲੜ ਰਹੇ ਸੀ ਇਹਦੇ ਵਿੱਚ? ਰੋਬਰਟ ਕਲਾਈਵ। ਇਹ ਰੋਬਰਟ ਕਲਾਈਵ ਕੌਣ ਨੇਗੇ? ਅਸੀਂ ਪਹਿਲਾਂ ਵੀ ਪੜ੍ਹ ਕੇ ਆਏ ਹਾਂ। ਇਹ ਸੈਕਿੰਡ ਕਾਰਨੈਟਿਕ ਵਾਰ ਸੀ ਜਿਹੜੀ। ਸੈਕਿੰਡ ਕਾਰਨੈਟਿਕ ਵਾਰ ਕਦੋਂ ਤੋਂ ਕਦੋਂ ਸੀਗੀ ਜੀ? 1749 ਤੋਂ ਲੈ ਕੇ 1754। ਜਿਹੜੀ ਇਹ ਸੈਕਿੰਡ ਕਾਰਨੈਟਿਕ ਵਾਰ ਸੀਗੀ, ਇਸ ਦੇ ਵਿੱਚ ਵੀ ਕਲਾਈਵ ਨੇ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ ਸੀਗਾ। ਠੀਕ ਹੈ, ਤਾਂ ਇਸੇ ਕਰਕੇ ਦੇਖੋ ਹੁਣ ਇਹਦੀ ਪ੍ਰੈਸਟੀਜ ਵੱਧ ਗਈ ਸੀ। ਵੈਸੇ ਤਾਂ ਕਲਾਈਵ ਜੇ ਦੇਖਿਆ ਜਾਵੇ ਇੱਕ ਕਲੈਰੀਕਲ ਪੋਜੀਸ਼ਨ 'ਤੇ ਸੀਗਾ ਇਨੀਸ਼ੀਅਲੀ ਕੰਪਨੀ ਦੇ ਵਿੱਚ, ਬਟ ਕਾਰਨੈਟਿਕ ਵਾਰ ਦੇ ਵਿੱਚ ਇਹਨੇ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ ਜਿਹਦੇ ਕਰਕੇ ਇਹਨੂੰ ਕਾਫੀ ਇੰਪੋਰਟੈਂਸ ਮਿਲਣ ਲੱਗ ਗਈ ਸੀਗੀ। ਠੀਕ ਹੈ, ਇਸੇ ਕਰਕੇ ਹੁਣ ਇਹਨੂੰ ਬੰਗਾਲ ਦੇ ਵਿੱਚ ਵੀ ਬੁਲਾ ਲਿਆ ਗਿਆ। ਜਦੋਂ ਕਿ ਲੜਾਈ ਛਿੜੀ, ਇਹ ਐਕਚੁਅਲੀ ਮਦਰਾਸ ਦੇ ਵਿੱਚ ਸੀਗਾ, ਸਾਊਥ ਦੇ ਵਿੱਚ ਸੀਗਾ, ਕਿਉਂਕਿ ਜਿਹੜੀ ਕਾਰਨੈਟਿਕ ਵਾਰ ਸੀ ਇਹ ਵੀ ਸਾਊਥ ਦੇ ਵਿੱਚ ਹੀ ਸੀਗੀ ਨਾ, ਤਾਂ ਇਹ ਮਦਰਾਸ ਦੇ ਵਿੱਚ ਸੀਗਾ। ਕਿ ਜਦੋਂ ਵਾਰ ਛਿੜੀ ਇਹ 1757 ਦੇ ਵਿੱਚ, ਤਾਂ ਮਦਰਾਸ ਤੋਂ ਕਲਾਈਵ ਨੂੰ ਇੱਥੇ ਬੁਲਾ ਲਿਆ ਗਿਆ।
ये चीज़ है, ठीक है। सिराजुद्दौला के खिलाफ लड़न ਨੂੰ। एक होर भी ਜਿਹੜੇ ब्रिटिश ऑफिशियल ਇੱਥੇ ਸੀਗੇ ਉਹ ਸੀਗੇ ਐਡਮਿਰਲ ਵਾਟਸਨ। ਇਹ ਵੀ ਇੰਗਲੈਂਡ ਦੇ ਇੱਕ ऑफिशियल ਸੀਗੇ ਜਿਹੜੇ ਕਿ ਇਸ ਵਾਰ ਦੇ ਵਿੱਚ ਲੜੇ ਸੀ, ਇਸ ਬੈਟਲ ਦੇ ਵਿੱਚ ਲੜੇ ਸੀਗੇ, ਠੀਕ ਹੈ, ਬੈਟਲ ਆਫ ਪਲਾਸੀ ਦੇ ਵਿੱਚ। ਐਡਮਿਰਲ ਵਾਟਸਨ ਤੇ ਰੋਬਰਟ ਕਲਾਈਵ ਇਹ ਦੋਨੇ ਇੰਗਲੈਂਡ ਦੇ ऑफिशियल ਸੀਗੇ ਜਿਹੜੇ ਕਿ ਇਸ ਬੈਟਲ ਦੇ ਵਿੱਚ ਲੜੇ ਸੀ। ਕਾਜ਼ਜ਼ ਕੀ ਸੀ, ਕਿਉਂ ਹੋਈ ਸੀ ਇਹ ਬੈਟਲ? ਇੱਕ ਤਾਂ ਮਿਸਯੂਜ਼ ਆਫ ਦਸਤਖਸ। ਦੇਖੋ ਦਸਤਖਸ ਆਪਾਂ ਨੇ ਕੀ ਕੀਤਾ ਸੀ, ਆਪਾਂ ਨੇ ਫਰੂਖਸ਼ੀਅਰ ਦਾ ਫਰਮਾਨ ਦੇਖਿਆ ਸੀ 1717 ਦੇ ਵਿੱਚ। 1717 ਦੇ ਵਿੱਚ ਫਰੂਖਸ਼ੀਅਰ ਦਾ ਫਰਮਾਨ ਦੇਖਿਆ ਸੀ, ਜਿਸ ਦੇ ਵਿੱਚ ਕਿ ਉਹ ਇੱਕ ਲਮਸਮ ਅਮਾਊਂਟ ਲੈ ਕੇ ਉਹਨਾਂ ਨੂੰ ਇੰਗਲਿਸ਼ ਕੰਪਨੀ ਨੂੰ ਫਰੀਲੀ ਟਰੇਡ ਕਰਨ ਦੀ ਆਜ਼ਾਦੀ ਦੇ ਰਿਹਾ ਸੀ ਕਿ ਤੁਸੀਂ ਟਰੇਡ ਕਰੋ, ਕੋਈ ਦਿੱਕਤ ਨਹੀਂ ਹੈਗੀ, ਵਿਦਾਊਟ ਐਨੀ ਫਰਦਰ ਟੈਕਸੇਸ਼ਨ, ਠੀਕ ਹੈ ਨਾ। ਤਾਂ ਇੱਕ ਟਰੇਡ ਪ੍ਰਿਵਲੇਜ ਛੋਟਾਂ ਦੇ ਦਿੱਤੀਆਂ ਸੀਗੀਆਂ, ਛੋਟ ਦੇ ਦਿੱਤੀ ਸੀਗੀ, ਠੀਕ ਹੈ ਨਾ, ਕਿ ਤੁਸੀਂ ਇੱਕ ਲਮਸਮ ਅਮਾਊਂਟ ਦੇ ਕੇ ਟਰੇਡ ਕਰੋ, ਕੋਈ ਦਿੱਕਤ ਨਹੀਂ। ਬਟ ਇਹ ਦਸਤਖਸ ਦਾ ਮਿਸਯੂਜ਼ ਹੋਣ ਲੱਗ ਗਿਆ ਸੀ। ਉਹ ਕਿਵੇਂ? ਕੰਪਨੀ ਕੀ ਕਰਦੀ ਸੀ, ਕੰਪਨੀ ਦੇ ऑफिशियल्स ਕੀ ਕਰਦੇ ਸੀਗੇ, ਕੰਪਨੀ ਦੇ ਜਿਹੜੇ ਸਰਵੈਂਟ ਸੀ ਉਹ ਕੀ ਕਰਦੇ ਸੀ, ਇਹ ਦਸਤਖਸ ਉਹਨਾਂ ਨੂੰ ਤਾਂ ਮਿਲ ਗਏ ਸੀਗੇ ਵੀ ਤੁਸੀਂ ਆਪ ਟਰੇਡ ਕਰੋ, ਇਹ ਦਸਤਖਸ ਨੂੰ ਅੱਗੇ ਹੋਰ ਵੇਚ ਦਿੰਦੇ ਸੀਗੇ, ਫਰਦਰ ਸੇਲ ਕਰ ਦਿੰਦੇ ਸੀਗੇ, ਠੀਕ ਹੈ। ਮੰਨ ਲਓ ਇੰਡੀਆ ਦਾ ਕੋਈ ਟਰੇਡਰ ਹੈਗਾ, ਇੰਡੀਅਨ ਟਰੇਡਰ ਹੈ ਕੋਈ, ਉਹਨੂੰ ਵੀ ਸੇਲ ਕਰ ਦਿੰਦੇ ਸੀਗੇ, ਠੀਕ ਹੈ ਨਾ। ਤਾਂ ਸਾਰਾ ਪਰਪਸ ਹੀ ਖਤਮ ਹੋ ਗਿਆ। ਇਹ ਦਸਤਖਤ ਕਿਉਂ ਸੀਗੇ ਕਿ ਇੰਗਲਿਸ਼ ਕੰਪਨੀ ਆਪਣੀ ਟਰੇਡ ਫਰੀਲੀ ਕਰ ਸਕੇ, ਠੀਕ ਹੈ ਨਾ। ਬਟ ਇੰਗਲਿਸ਼ ਕੰਪਨੀ ਦੇ ऑफिशियल ਕੀ ਕਰਦੇ ਸੀ, ਇਹ ਦਸਤਖਤ ਅੱਗੇ ਵੇਚ ਦਿੰਦੇ ਸੀ ਹੋਰ ਟਰੇਡਰਸ ਨੂੰ ਵੀ। ਤਾਂ ਇਸ ਕਰਕੇ ਜਿਹੜਾ ਰੈਵਨਿਊ ਉਹਦੀ ਨੁਕਸਾਨ ਹੋਣ ਲੱਗ ਗਿਆ ਬੰਗਾਲ ਦੇ ਨਵਾਬ ਨੂੰ। ਰੈਵਨਿਊ ਜਿਹੜਾ ਇੰਡੀਅਨ ਟਰੇਡਰਸ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ, ਕਿਉਂਕਿ ਉਹਨਾਂ ਕੋਲ ਵੀ ਦਸਤਖਤ ਆ ਗਏ ਇਲੀਗਲੀ, ਠੀਕ ਹੈ ਨਾ। ਤਾਂ ਮਿਸਯੂਜ਼ ਹੋਣ ਲੱਗ ਗਿਆ ਸੀਗਾ, ਇੱਕ ਇਹ ਕਾਰਨ ਸੀਗਾ। ਸੈਕਿੰਡ ਕਾਰਨ ਕੀ ਸੀਗਾ? ਇੰਗਲਿਸ਼ ਫੋਰਟੀਫਾਈਡ ਕਲਕੱਤਾ ਵਿਦਾਊਟ ਨਵਾਬ ਦੀ ਪਰਮਿਸ਼ਨ। ਦੇਖੋ ਆਪਾਂ ਨੇ ਇੱਕ ਚੀਜ਼ ਕੀਤੀ ਸੀ ਕਿ 1698 ਦੇ ਵਿੱਚ ਤਿੰਨ ਗੋਬਿੰਦਪੁਰਾ, ਸੁਲਤਾਨਤੀ ਤੇ ਕਾਲੀਕੋਟਾ, ਇਹ ਤਿੰਨ ਪਿੰਡ ਸੀਗੇ ਜਿਹੜੇ ਕਿ ਇੰਗਲਿਸ਼ ਕੰਪਨੀ ਨੇ ਲੈ ਲਏ ਸੀਗੇ, ਖਰੀਦ ਲਏ ਸੀ। ਅਤੇ ਆਪਾਂ ਨੇ ਦੇਖਿਆ ਸੀ ਵੀ ਅੱਗੇ ਜਾ ਕੇ ਇਹ ਫੋਰਟ ਵਿਲੀਅਮ ਬਣ ਗਿਆ ਸੀਗਾ, ਫੋਰਟ ਵਿਲੀਅਮ ਬਣ ਗਿਆ ਸੀ ਅੱਗੇ ਜਾ ਕੇ, ਠੀਕ ਹੈ। ਜਿਹੜੇ ਤਿੰਨ ਪਿੰਡ ਸੀਗੇ, ਇਹ ਫੋਰਟ ਵਿਲੀਅਮ ਕੀ ਕਿਹਾ ਜਾਣ ਲੱਗਿਆ? ਕਲਕੱਤਾ। ਤੋ ਹੁਣ ਜਦੋਂ ਫੋਰਟ ਵਿਲੀਅਮ ਬਣਿਆ, ਫੋਰਟ ਦਾ ਮਤਲਬ ਕੀ ਹੈ? ਕਿਲਾ। ਤਾਂ ਮਤਲਬ ਕੀ ਹੈਗਾ ਕਿ ਜਿਹੜੇ ਤਿੰਨ ਪਿੰਡ ਸੀ ਇਹਨਾਂ ਨੂੰ ਫਿਰ ਕਿਲ੍ਹੇਬੰਦੀ ਕਰ ਦਿੱਤੀ ਗਈ ਸੀ। ਇਹ ਜਿਹੜੀ ਕਿਲ੍ਹੇਬੰਦੀ ਕੀਤੀ ਇਹ ਨਵਾਬ ਦੀ ਪਰਮਿਸ਼ਨ ਤੋਂ ਬਿਨਾਂ ਕੀਤੀ ਗਈ। ਇਹ ਇੱਕ ਵੱਡਾ ਇਸ਼ੂ ਸੀਗਾ ਕਿ ਜਿਹੜਾ ਕਿ ਨਵਾਬ ਸਿਰਾਜੁਦੌਲਾ ਨੂੰ ਪਸੰਦ ਨਹੀਂ ਆਇਆ ਵੀ ਮੇਰੀ ਇਜਾਜ਼ਤ ਤੋਂ ਬਿਨਾਂ ਤੁਸੀਂ ਕਿਲ੍ਹੇਬੰਦੀ ਕਿਵੇਂ ਕਰਤੀ, ਠੀਕ ਹੈ ਨਾ। ਤਾਂ ਇਹ ਚੀਜ਼ ਸੀਗੀ, ਇਹ ਵੀ ਇੱਕ ਰੀਜ਼ਨ ਸੀ ਇਸ ਬੈਟਲ ਹੋਣ ਦਾ। ਤੀਸਰਾ ਇੱਕ ਵੱਡਾ ਰੀਜ਼ਨ ਇਹ ਸੀਗਾ ਕਿ ਜਿਹੜਾ ਨਵਾਬ ਸੀ ਸਿਰਾਜੁਦੌਲਾ, ਉਹਦੇ ਕੁਛ ਪੋਲੀਟੀਕਲ ਓਪੋਨੈਂਟਸ ਸੀਗੇ, ਠੀਕ ਹੈ, ਕੁਛ ਵਿਰੋਧੀ ਸੀਗੇ ਰਾਜਨੀਤਿਕ ਤੌਰ 'ਤੇ। ਜਿਹੜੇ ਉਹ ਵਿਰੋਧੀ ਸੀਗੇ ਉਹਨਾਂ ਨੂੰ ਕੰਪਨੀ ਨੇ ਸ਼ਰਨ ਦਿੱਤੀ, ਕੰਪਨੀ ਗੇਵ ਅਸਾਈਲਮ, ਸ਼ਰਨ ਦਿੱਤੀ, ਠੀਕ ਹੈ ਨਾ। ਉਹ ਸਿਰਾਜੁਦੌਲਾ ਨੇ ਤਾਂ ਉਹਨਾਂ ਨੂੰ ਕੱਢਤਾ ਦੇਸ਼ 'ਚੋਂ, ਠੀਕ ਹੈ, ਆਪਣੇ ਬੰਗਾਲ 'ਚੋਂ ਕੱਢਤਾ। ਬਟ ਫਿਰ ਕੰਪਨੀ ਉਹਨਾਂ ਨੂੰ ਸ਼ਰਨ ਦੇ ਰਹੀ ਹੈ, ਤਾਂ ਬਹੁਤ ਵੱਡੀ ਗੱਲ ਹੋ ਰਹੀ ਹੈ, ਠੀਕ ਹੈ ਨਾ। ਤਾਂ ਇਹੀ ਵੀ ਇੱਕ ਕਾਰਨ ਬਣਦਾ ਬੈਟਲ ਹੋਣ ਦਾ। ਇਹ ਤਿੰਨ ਵੱਡੇ ਕਾਰਨ ਸੀਗੇ ਜੀ। ਇਹ ਐਜ਼ ਇਟ ਇਜ਼ ਕੁਐਸਚਨ ਦੇ ਵਿੱਚ ਆ ਜਾਂਦਾ ਵੀ ਕਾਜ਼ਜ਼ ਕੀ ਨੇ ਬੈਟਲ ਆਫ ਪਲਾਸੀ ਦੇ 1757 ਦੀ। ਇੱਕ ਇਸ ਬੈਟਲ ਦੇ ਨਾਲ ਇੱਕ ਹੋਰ ਕੰਸਰਨਡ ਚੀਜ਼ ਹੈਗੀ ਹੈ, ਇੱਕ ਬਲੈਕ ਹੋਲ ਟ੍ਰੈਜਡੀ ਕਰਕੇ ਇੱਕ ਕਿਹਾ ਜਾਂਦਾ। ਇਹ ਵੀ ਡਾਇਰੈਕਟ ਕੁਐਸਚਨ ਆ ਜਾਂਦਾ। ਇਹ ਅਸਲ ਦੇ ਵਿੱਚ ਹੈ ਕੀ ਚੀਜ਼ ਹੈ? ਇਹ ਮੰਨਿਆ ਜਾਂਦਾ ਕਿ ਜਿਹੜਾ ਨਵਾਬ ਸੀ ਸਿਰਾਜੁਦੌਲਾ, ਇਸ ਨੇ ਕੀ ਕੀਤਾ, 146 ਅੰਗਰੇਜ਼ ਚੱਕੇ, ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਤਾ, ਜਿਹਦੇ ਕਾਰਨ ਕਿ ਓਵਰਨਾਈਟ ਉਸ 'ਚੋਂ 123 ਲੋਕ ਨੇ ਜਿਹੜੇ ਅੰਗਰੇਜ਼ ਨੇ ਉਹ ਮਰ ਗਏ ਸਫੋਕੇਸ਼ਨ ਨਾਲ, ਠੀਕ ਹੈ ਨਾ। ਇਸ ਸਾਰੀ ਈਵੈਂਟ ਨੂੰ ਬਲੈਕ ਹੋਲ ਟ੍ਰੈਜਡੀ ਦਾ ਨਾਮ ਦਿੱਤਾ ਜਾਂਦਾ। ਬਟ ਹੁਣ ਇਹ ਡਿਬੇਟੇਬਲ ਹੈ ਕਿ ਇਹ ਈਵੈਂਟ ਐਕਚੁਅਲੀ ਹੋਈ ਵੀ ਸੀ ਜਾਂ ਨਹੀਂ ਹੋਈ ਸੀ। ਬਟ ਆਪਣੇ ਲਈ ਉਹ ਕੰਸਰਨ ਨਹੀਂ ਹੈਗਾ। ਆਪਾਂ ਨੇ ਜਸਟ MCQ ਲਈ ਯਾਦ ਕਰਨਾ ਕਿ ਬਲੈਕ ਹੋਲ ਟ੍ਰੈਜਡੀ ਕੀ ਹੈ, ਵਾਟ ਇਜ਼ ਦ ਬਲੈਕ ਹੋਲ ਟ੍ਰੈਜਡੀ। ਤਾਂ ਉਹ ਸਿੰਪਲੀ ਸਿਰਾਜੁਦੌਲਾ ਦੇ ਨਾਲ ਕੰਸਰਨਡ ਹੈਗੀ ਹੈ, ਠੀਕ ਹੈ, ਕਿ ਉਸਨੇ ਅੰਗਰੇਜ਼ ਬੰਦ ਕਰਕੇ ਮਾਰਤੇ ਸੀਗੇ। ਇਹ ਦਿਸ ਇਜ਼ ਵਾਟ ਵੀ ਕਾਲ ਬਲੈਕ ਹੋਲ ਟ੍ਰੈਜਡੀ। ਇਹ ਮਤਲਬ ਇੱਕ ਜਸਟ ਸਿਰਾਜੁਦੌਲਾ ਦੇ ਨਾਲ ਕੰਸਰਨਡ ਤਾਂ ਆਪਣੇ ਪੜ੍ਹਦੇ ਆ, ਠੀਕ ਹੈ। ਹੁਣ ਆਪਾਂ ਦੁਬਾਰਾ ਬੈਟਲ ਦੇ ਵਿੱਚ ਚੱਲਦੇ ਹਾਂ। ਬੈਟਲ ਦੇ ਵਿੱਚ ਦਰਅਸਲ ਹੋਇਆ ਕੀ ਸੀਗਾ? ਅਸਲ ਦੇ ਵਿੱਚ ਬੈਟਲ ਮਿਲੀਟਰੀ ਦੇ ਤੌਰ 'ਤੇ, ਜੇ ਆਪਾਂ ਮਿਲੀਟਰੀ ਦੇ ਤੌਰ 'ਤੇ ਦੇਖੀਏ ਤਾਂ ਕੁਝ ਖਾਸ ਨਹੀਂ ਸੀਗੀ, ਠੀਕ ਹੈ। ਫਰੋਮ ਮਿਲੀਟਰੀ ਪਰਸਪੈਕਟਿਵ ਇਟ ਵਾਸ ਨੋਟ ਮਚ ਰੈਲੀਵੈਂਟ। ਉਹਦਾ ਕਾਰਨ ਕੀ ਸੀਗਾ ਕਿ ਇਹ ਬੈਟਲ ਧੋਖਾਧੜੀ ਦੀ ਬੈਟਲ ਸੀਗੀ, ਜਿਹੜੀ ਬੈਟਲ ਆਫ ਪਲਾਸੀ ਹੈ। ਇੰਡੀਆ ਦੇ ਇਤਿਹਾਸ ਦੇ ਵਿੱਚ ਬੈਟਲ ਆਫ ਪਲਾਸੀ ਨੂੰ ਹਮੇਸ਼ਾ ਇੱਕ ਧੋਖਾਧੜੀ ਦੀ ਬੈਟਲ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਕਿਉਂਕਿ ਜਿਹੜਾ ਨਵਾਬ ਦੇ ਜਿਹੜੇ ਖਾਸ ਬੰਦੇ ਸੀਗੇ, ਖਾਸ ਅਫਸਰ ਸੀਗੇ, ਉਹ ਨਵਾਬ ਨੂੰ ਧੋਖਾ ਦੇ ਕੇ ਅੰਗਰੇਜ਼ਾਂ ਦੇ ਨਾਲ ਮਿਲ ਗਏ ਸੀਗੇ। ਟ੍ਰੇਟਰਸ, ਧੋਖਾ ਦੇਣ ਵਾਲੇ। ਉਹਨਾਂ ਦੇ ਵਿੱਚੋਂ ਕਿਹੜੇ ਸੀਗੇ? ਮੀਰ ਜਾਫਰ ਹੋਇਆ, ਰਾਏ ਦੁਰਲਭ ਹੋਇਆ, ਜਗਤ ਸੇਠ ਹੋਇਆ। ਇਹ ਕੁਛ ਟ੍ਰੇਟਰ ਸੀਗੇ, ਕੁਛ ਧੋਖੇਬਾਜ਼ ਸੀਗੇ, ਜਿਨ੍ਹਾਂ ਨੇ ਕਿ ਨਵਾਬ ਨੂੰ ਧੋਖਾ ਦੇ ਕੇ ਕੰਪਨੀ ਨਾਲ ਹੱਥ ਮਿਲਾ ਲਿਆ ਸੀਗਾ, ਠੀਕ ਹੈ ਨਾ। ਕਿਉਂ ਮਿਲਾ ਲਿਆ ਸੀ? ਕੁਛ ਫੇਵਰਸ ਲੈਣ ਵਾਸਤੇ। ਕੰਪਨੀ ਨੇ ਮੀਰ ਜਾਫਰ ਨੂੰ ਕੀ ਪ੍ਰੋਮਿਸ ਕੀਤਾ ਕਿ ਉਸ ਨੂੰ ਨਵਾਬ ਬਣਾ ਦਿੱਤਾ ਜਾਵੇਗਾ
ਅਗਰ ਸਾਡਾ ਸਾਥ ਦੇਣਾ ਹੈ, ਕੰਪਨੀ ਜਾਫਰ ਨੂੰ ਕਹਿੰਦੀ ਕਿ ਅਗਰ ਤੂੰ ਸਾਡਾ ਸਾਥ ਦੇਂਗਾ ਤਾਂ ਤੈਨੂੰ ਨਵਾਬ ਬਣਾ ਦਾਂਗੇ ਬੰਗਾਲ ਦਾ। ਤਾਂ ਇੱਦਾਂ ਹੀ ਸਾਰਿਆਂ ਨੂੰ ਕੁਛ ਨਾ ਕੁਛ ਲਾਲਚ ਦੇ ਕੇ, ਕਰਪਟ ਕਰਕੇ ਇਹਨਾਂ ਨੂੰ ਆਪਣੇ ਤਰਫ ਕਰ ਲਿਆ ਕੰਪਨੀ ਨੇ, ਠੀਕ ਹੈ ਨਾ। ਤਾਂ ਮਿਲਟਰੀ ਤੌਰ 'ਤੇ ਕੋਈ ਖਾਸ ਬੈਟਲ ਹੈ ਨਹੀਂ ਸੀਗੀ, ਠੀਕ ਹੈ ਨਾ। ਸਾਰਾ ਇਹ ਧੋਖੇਧੜੀ ਵਾਲੀ ਬੈਟਲ ਸੀਗੀ ਇਹ, ਠੀਕ ਹੈ ਨਾ। ਅੱਜ ਵੀ ਬਲਕਿ ਬੰਗਾਲ ਦੇ ਵਿੱਚ ਮੀਰ ਜਾਫਰ ਨੂੰ ਬਹੁਤ ਵਧੀਆ ਨਹੀਂ ਸਮਝਿਆ ਜਾਂਦਾ ਹੈਗਾ, ਠੀਕ ਹੈ। ਇਹਦਾ ਨਾਮ ਨੂੰ ਕਿਸੇ ਨੂੰ ਗਾਲ ਕੱਢਣੀ ਹੋਵੇ ਬੰਗਾਲ ਦੇ ਵਿੱਚ ਤਾਂ ਉਹਨੂੰ ਮੀਰ ਜਾਫਰ ਕਹਿ ਦਿੰਦੇ ਨੇਗੇ। ਤਾਂ ਇੰਨਾ ਮਤਲਬ ਇਸ ਚੀਜ਼ ਨੂੰ ਮੰਨਿਆ ਜਾਂਦਾ ਹੈਗਾ। ਇਹਦਾ ਰਿਜ਼ਲਟ ਕੀ ਹੋਇਆ ਬੈਟਲ ਦਾ? ਮੀਰ ਜਾਫਰ ਓਬਵੀਅਸਲੀ ਨਵਾਬ ਬਣ ਗਿਆ, ਠੀਕ ਹੈ ਨਾ, ਕਿਉਂਕਿ ਕੰਪਨੀ ਜਿੱਤ ਗਈ। ਕੰਪਨੀ ਕੋਲ ਸਾਰਾ ਕੁਛ ਰਿਸੋਰਸਿਸ ਸੀਗੇ। ਬੰਗਾਲ ਜਿਹੜਾ ਨਵਾਬ ਸੀ ਉਹਦੇ ਕੋਲ ਜਿਹੜੀ ਸੈਨਾ ਸੀ ਉਹ ਵੀ ਧੋਖਾ ਦੇ ਗਈ ਉਹਨੂੰ, ਕਿਉਂਕਿ ਮੀਰ ਜਾਫਰ ਜਿਹੜਾ ਸੀਗਾ ਇਹ ਸੈਨਾਪਤੀ ਸੀਗਾ, ਇੱਕ ਤਰ੍ਹਾਂ ਦਾ ਕਮਾਂਡਰ ਸੀਗਾ, ਠੀਕ ਹੈ ਨਾ। ਤਾਂ ਮੀਰ ਜਾਫਰ ਨੂੰ ਨਵਾਬ ਬਣਾ ਦਿੱਤਾ ਗਿਆ ਸੀਗਾ, ਠੀਕ ਹੈ। ਇਹਨੇ ਜਾਫਰ ਨੇ ਇੱਕ ਚੀਜ਼ ਪ੍ਰੋਮਿਸ ਕੀਤੀ ਸੀਗੀ ਕੰਪਨੀ ਨੂੰ ਕਿ ਮੈਂ ਜਦੋਂ ਨਵਾਬ ਬਣ ਗਿਆ ਮੈਂ ਤੁਹਾਨੂੰ 24 ਪਰਗਨਾ ਇੱਕ ਅੱਜ ਵੀ ਡਿਸਟ੍ਰਿਕਟ ਦਾ ਨਾਮ ਹੈਗਾ, ਇੱਕ ਜ਼ਿਲ੍ਹੇ ਦਾ ਨਾਮ ਹੈ ਬੰਗਾਲ ਦੇ ਵਿੱਚ, ਕਿ ਤੁਹਾਨੂੰ 24 ਪਰਗਨਾ ਨਾਮ ਦੀ ਜਗ੍ਹਾ ਨੂੰ ਤੁਹਾਨੂੰ ਇੰਗਲਿਸ਼ ਨੂੰ ਦੇ ਦੂੰਗਾ ਮੈਂ, ਕਿ ਕੰਪਨੀ ਨੂੰ ਦੇ ਦੂੰਗਾ ਮੈਂ। ਜਾਫਰ ਨੇ ਪ੍ਰੋਮਿਸ ਕੀਤਾ ਕਿ ਨਵਾਬ ਬਣਨ ਤੋਂ ਬਾਅਦ ਮੈਂ 24 ਪਰਗਨਾ ਤੁਹਾਨੂੰ ਦੇ ਦੂੰਗਾ। ਇਹੀ ਚੀਜ਼ ਹੋਈ, ਉਸਨੇ 24 ਪਰਗਨਾ ਅੰਗਰੇਜ਼ਾਂ ਨੂੰ ਦੇ ਦਿੱਤੇ। ਹੁਣ ਇਸ ਨਾਲ ਸਭ ਤੋਂ ਵੱਡਾ ਜਿਹੜਾ ਇੰਪੈਕਟ ਸੀਗਾ, ਰਿਜ਼ਲਟ ਸੀਗਾ, ਉਹ ਸੀ ਇਟ ਲੇਡ ਦਾ ਫਾਊਂਡੇਸ਼ਨ ਆਫ ਬ੍ਰਿਟਿਸ਼ ਅੰਪਾਇਰ। ਇਹ ਬਹੁਤ ਵੱਡੀ ਗੱਲ ਹੈ ਕਿ ਸਾਰੇ ਬ੍ਰਿਟਿਸ਼ ਅੰਪਾਇਰ ਜਿਹੜਾ ਕਿ 200-300 ਸਾਲ ਸਾਡੇ 'ਤੇ ਰਾਜ ਕਰਨ ਜਾ ਰਹੇ ਸੀਗੇ, ਇਹ ਉਹਦੀ ਫਾਊਂਡੇਸ਼ਨ ਰੱਖੀ ਗਈ 1757 ਦੇ ਵਿੱਚ, ਠੀਕ ਹੈ। ਇਹ ਚੀਜ਼ ਹੈਗੀ, ਇਹ ਵੱਡਾ ਰਿਜ਼ਲਟ ਸੀਗਾ ਬੈਟਲ ਆਫ ਪਲਾਸੀ ਦਾ। ਹੁਣ ਦੇਖੋ ਆਪਾਂ ਨੇ ਦੇਖਿਆ ਕਿ ਮੀਰ ਜਾਫਰ ਨਵਾਬ ਬਣ ਗਿਆ ਸੀਗਾ। ਮੀਰ ਜਾਫਰ ਨੇ 24 ਪਰਗਨਾ ਦੀ ਜ਼ਿੰਮੇਦਾਰੀ ਜਿਹੜੀ ਅੰਗਰੇਜ਼ਾਂ ਨੂੰ ਦੇ ਦਿੱਤੀ। 24 ਪਰਗਨਾ ਕੀ ਹੈ? ਇੱਕ ਡਿਸਟ੍ਰਿਕਟ ਦਾ ਨਾਮ ਹੈ, ਇੱਕ ਜ਼ਿਲ੍ਹੇ ਦਾ ਨਾਮ ਹੈਗਾ। ਬਟ ਹੁਣ ਦੇਖੋ ਨਵਾਬ ਬਣਨ ਤੋਂ ਬਾਅਦ ਜਾਫਰ ਨੇ ਜ਼ਿਆਦਾ ਇੰਗਲਿਸ਼ ਨੂੰ ਤਵੱਜੋ ਨਹੀਂ ਦਿੱਤੀ ਹੈਗੀ, ਅੰਗਰੇਜ਼ਾਂ ਨੂੰ ਤਵੱਜੋ ਨਹੀਂ ਦਿੱਤੀ। ਅੰਗਰੇਜ਼ ਕੀ ਸੋਚ ਰਹੇ ਸੀ ਕਿ ਜਾਫਰ ਹੁਣ ਸਾਡਾ ਬੰਦਾ ਆ ਗਿਆ ਨਵਾਬ ਬੰਗਾਲ ਦੇ ਵਿੱਚ, ਹੁਣ ਸਾਡੇ ਅਕੋਰਡਿੰਗ ਚੱਲੂਗਾ। ਬਟ ਜਾਫਰ ਉਹਨਾਂ ਦੇ ਜਿਹੜਾ ਉਮੀਦਾਂ ਸੀ ਖਰਾ ਨਹੀਂ ਉਤਰਿਆ। ਜਾਫਰ ਨੇ ਇੱਕ ਵਾਰ ਤਾਂ ਦੇਤੀ ਜ਼ਿੰਮੇਦਾਰੀ ਵਗੈਰਾ ਦੇਤੀ, ਬਟ ਹੁਣ ਤੰਗ ਕਰਨ ਲੱਗ ਗਿਆ ਅੰਗਰੇਜ਼ਾਂ ਨੂੰ। ਜਿਵੇਂ ਕਿ ਇਹ ਡੱਚ ਨਾਲ ਮਿਲ ਗਿਆ ਸੀਗਾ, ਡੱਚ ਨਾਲ ਮਿਲ ਕੇ ਕੌਂਸਪੀਰੇਸੀ ਰਚਣ ਲੱਗ ਗਿਆ ਸੀ ਅੰਗਰੇਜ਼ਾਂ ਦੇ ਖਿਲਾਫ। ਬਟ ਉਸ ਤੋਂ ਬਾਅਦ 'ਚ ਕੀ ਹੋਇਆ, ਆਪਾਂ ਨੇ ਦੇਖਿਆ ਕਿ 1759 ਦੇ ਵਿੱਚ ਬੈਟਲ ਆਫ ਬਿਦਾਰਾ ਦੇ ਵਿੱਚ ਡੱਚ ਵੀ ਹਾਰ ਗਏ ਸੀਗੇ, ਠੀਕ ਹੈ ਨਾ। ਤਾਂ ਮੀਰ ਜਾਫਰ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਉਸ ਚੀਜ਼ ਦਾ। ਹੁਣ ਜਦੋਂ ਦੇਖਿਆ ਕਿ ਅੰਗਰੇਜ਼ਾਂ ਨੇ ਦੇਖਿਆ ਕਿ ਮੀਰ ਜਾਫਰ ਸਾਨੂੰ ਤੰਗ ਕਰ ਰਿਹਾ, ਤਾਂ ਮੀਰ ਜਾਫਰ ਨੂੰ ਕਹਿੰਦਾ ਵੀ ਭਾਈ ਤੂੰ ਥੱਲੇ ਉਤਰ, ਕਿਉਂਕਿ ਅੰਗਰੇਜ਼ਾਂ ਨੇ ਹੀ ਬਿਠਾਇਆ ਸੀਗਾ। ਤਾਂ ਮੀਰ ਜਾਫਰ ਨੂੰ ਥੱਲੇ ਬਿਠਾ ਕੇ ਉਸ ਤੋਂ ਬਾਅਦ 'ਚ ਮੀਰ ਕਾਸਿਮ ਨੂੰ ਗੱਦੀ 'ਤੇ ਬਿਠਾਤਾ, ਬੰਗਾਲ ਦੇ ਨਵਾਬ ਦੀ ਗੱਦੀ 'ਤੇ। ਮੀਰ ਕਾਸਿਮ ਕੌਣ ਸੀ ਦਰਅਸਲ? ਮੀਰ ਕਾਸਿਮ ਵਾਜ਼ ਸਨ ਇਨ ਲਾਅ ਆਫ ਮੀਰ ਜਾਫਰ ਦਾ ਹੀ ਸਨ ਇਨ ਲਾਅ ਸੀਗਾ ਮੀਰ ਕਾਸਿਮ। ਇਸ ਨੂੰ ਗੱਦੀ 'ਤੇ ਬਿਠਾਤਾ। ਹੁਣ ਅੰਗਰੇਜ਼ਾਂ ਨੇ ਫੇਰ ਸੋਚਿਆ ਕਿ ਹਾਂ ਹੁਣ ਮੀਰ ਕਾਸਿਮ ਸਾਡਾ ਬੰਦਾ ਆ ਗਿਆ, ਹੁਣ ਕੰਮ ਕਰੂਗਾ ਸਾਡੇ ਇਹ, ਠੀਕ ਹੈ ਨਾ, ਸਾਨੂੰ ਟ੍ਰੇਡ ਪ੍ਰਿਵਿਲੇਜ ਵਗੈਰਾ ਦਊਗਾ। ਬਟ ਅਗੇਨ ਜਿਹੜਾ ਮੀਰ ਕਾਸਿਮ ਸੀ ਉਹ ਹੋਰ ਵੀ ਘੈਂਟ ਬੰਦਾ ਨਿਕਲਿਆ। ਇਹ ਮੀਰ ਜਾਫਰ ਤੋਂ ਵੀ ਚੜ੍ਹ ਕੇ ਸੀਗਾ। ਇਹਨੇ ਹੋਰ ਵੀ ਬਹੁਤ ਵਧੀਆ ਸਟੈਪਸ ਲਏ। ਇੱਕ ਇਹਨੇ ਲਿਆ ਕਿ ਇਹਨੇ ਕੈਪੀਟਲ ਚੇਂਜ ਕਰਤੀ, ਕੈਪੀਟਲ ਵੀ ਆਪਣੀ ਚੇਂਜ ਕਰਤੀ ਕਿ ਜਿਹੜੀ ਕਿ ਅੰਗਰੇਜ਼ਾਂ ਤੋਂ ਦੂਰ ਹੋਵੇ, ਠੀਕ ਹੈ ਨਾ। ਮੁੰਗੇਰ ਟੂ ਮੁਰਸ਼ਿਦਾਬਾਦ ਇਹ ਕੈਪੀਟਲ ਲੈ ਕੇ ਗਿਆ ਆਪਣੀ, ਠੀਕ ਹੈ ਨਾ। ਇੱਕ ਚੀਜ਼ ਇਹ ਕੀਤੀ। ਹਾਂ ਇਹਨੇ ਜਦੋਂ ਨਵਾਬ ਬਣਿਆ ਸੀਗਾ ਇਹ, ਕਿ ਜਦੋਂ ਮੀਰ ਜਾਫਰ ਨੂੰ ਹਟਾ ਕੇ ਮੀਰ ਕਾਸਿਮ ਨਵਾਬ ਬਣਿਆ ਸੀ, ਇਹਨੇ ਪਹਿਲਾਂ ਤਾਂ ਇੱਕ ਵਾਰੀ ਪ੍ਰੋਮਿਸ ਕਰਤਾ ਸੀਗਾ ਕਿ ਮੈਂ ਤੁਹਾਨੂੰ ਬੁਰਦਵਾਨ, ਮਿਦਨਾਪੁਰ, ਚਿੱਤਗੋਂਗ ਇਹ 3 ਡਿਸਟ੍ਰਿਕਟ ਦੀ ਤੁਹਾਨੂੰ ਜ਼ਿੰਮੇਦਾਰੀ ਦੇ ਦੂੰਗਾ ਮੈਂ, ਠੀਕ ਹੈ ਨਾ। ਇਹ ਇਹਨੇ ਕਰ ਵੀ ਦਿੱਤਾ ਬੰਦੇ ਨੇ। ਇੱਕ ਵਾਰ ਜਿਵੇਂ ਇਹਨੇ 24 ਪਰਗਨਾ ਦੇ ਦਿੱਤੇ, ਉਸੇ ਤਰ੍ਹਾਂ ਮੀਰ ਕਾਸਿਮ ਨੇ ਇਹ ਜਿਹੜੇ ਵਿਲੇਜਿਸ ਨੇ ਉਹ ਦੇ ਦਿੱਤੇ, ਠੀਕ ਹੈ ਨਾ, ਇਹ ਡਿਸਟ੍ਰਿਕਟ ਦੇ ਦਿੱਤੇ। ਬਟ ਇਹ ਡਿਸਟ੍ਰਿਕਟ ਦੇਣ ਤੋਂ ਬਾਅਦ ਫਿਰ ਉਹ ਫਿਰ ਅੰਗਰੇਜ਼ਾਂ ਨੂੰ ਤੰਗ ਕਰਨ ਲੱਗਾ ਸੀ। ਜਿਵੇਂ ਕਿ ਪਹਿਲਾਂ ਆਪਾਂ ਨੇ ਗੱਲ ਕੀਤੀ ਹੈ ਕਿ ਕੈਪੀਟਲ ਚੇਂਜ ਕਰ ਲਈ ਸੀ ਉਹਨੇ, ਠੀਕ ਹੈ ਨਾ। ਅਤੇ ਹੋਰ ਜਿਵੇਂ ਆਪਾਂ ਪਹਿਲਾਂ ਦਸਤਖਤ ਦੀ ਗੱਲ ਕਰਦੇ ਸੀਗੇ ਕਿ ਜਿਹੜੇ ਦਸਤਖਤ ਟ੍ਰੇਡ ਪ੍ਰਿਵਿਲੇਜ ਸੀਗੇ, ਇਹ ਕੀ ਸੀਗੇ ਕਿ ਅੰਗਰੇਜ਼ੀ ਜਿਹੜੀ ਇੰਗਲਿਸ਼ ਕੰਪਨੀ ਸੀਗੀ ਉਹਨਾਂ ਕੋਲ ਇਹ ਪ੍ਰਿਵਿਲੇਜ ਸੀਗਾ ਕਿ ਉਹ ਫਰੀਲੀ ਟ੍ਰੇਡ ਕਰ ਸਕਦੇ ਸੀਗੇ। ਇਹੀ ਚੀਜ਼ ਸੀ ਨਾ ਦਸਤਖਤ ਆਪਣੇ ਪੜ੍ਹੀ ਸੀਗੀ। ਇਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੇ ਅੰਗਰੇਜ਼ਾਂ ਦੇ ਜਿਹੜੇ ਅਫਸਰ ਸੀਗੇ ਜਾਂ ਟ੍ਰੇਡਰ ਸੀਗੇ ਉਹ ਤਾਂ ਫਰੀਲੀ ਟ੍ਰੇਡ ਕਰ ਰਹੇ ਸੀ ਵਿਦਆਊਟ ਪੇਇੰਗ ਐਨੀ ਟੈਕਸ। ਬਟ ਜਿਹੜੇ ਇੰਡੀਅਨ ਟ੍ਰੇਡਰ ਸੀਗੇ ਉਹਨਾਂ ਨੂੰ ਤਾਂ ਪ੍ਰੋਪਰਲੀ ਟੈਕਸ ਦੇਣਾ ਪੈ ਰਿਹਾ ਸੀਗਾ, ਇਹਨਾਂ ਨੂੰ ਤਾਂ ਟੈਕਸ ਦੇਣਾ ਪੈ ਰਿਹਾ ਸੀ। ਤਾਂ ਇਹਨਾਂ ਦੀ ਚੀਜ਼ਾਂ ਮਹਿੰਗੀਆਂ ਸੀਗੀਆਂ। ਹੁਣ ਮੀਰ ਕਾਸਿਮ ਨੇ ਕੀ ਕੀਤਾ, ਹੁਣ ਮੀਰ ਕਾਸਿਮ ਇਹਨਾਂ ਦੀ ਦਸਤਖਤ ਤਾਂ ਖੋਹ ਨਹੀਂ ਸਕਿਆ, ਅੰਗਰੇਜ਼ਾਂ ਦੀ ਦਸਤਖਤ ਤਾਂ ਖੋਹ ਨਹੀਂ ਸਕਿਆ ਕਿ ਅੰਗਰੇਜ਼ੋ ਹੁਣ ਮੈਂ ਤੁਹਾਡੇ ਦਸਤਖਤ ਨਹੀਂ ਤੁਹਾਨੂੰ ਨਹੀਂ ਇਸ਼ੂ ਕਰਦਾ, ਇਹ ਤਾਂ ਕਿਉਂਕਿ ਪਹਿਲਾਂ ਹੀ ਦੇ ਰੱਖੇ ਸੀਗੇ। ਮੀਰ ਕਾਸਿਮ ਨੇ ਕੀ ਕੀਤਾ, ਇੰਡੀਅਨ ਟ੍ਰੇਡਰ ਨੂੰ ਵੀ ਫ੍ਰੀ ਕਰਤੀ ਟ੍ਰੇਡ, ਕਿ ਤੁਹਾਡੇ ਤੋਂ ਵੀ ਕੋਈ ਟੈਕਸ ਨਹੀਂ ਲੈਂਦਾ। ਹੁਣ ਜਿਹੜੀ ਅੰਗਰੇਜ਼ਾਂ ਕੋਲੇ ਪਹਿਲਾਂ ਐਡਵਾਂਟੇਜ ਸੀਗੀ ਕਿ ਇਹਨਾਂ ਦਾ ਮਾਲ ਸਸਤਾ ਹੁੰਦਾ ਸੀ ਕਿਉਂਕਿ ਇਹਨਾਂ ਨੂੰ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ ਸੀ, ਬਟ ਹੁਣ ਕੀ ਸੀਗਾ, ਹੁਣ ਇੰਡੀਅਨ ਟ੍ਰੇਡਰ ਨੂੰ ਵੀ ਕੋਈ ਟੈਕਸ ਨਹੀਂ ਪੇ ਕਰਨਾ ਪੈਂਦਾ ਸੀ। ਤਾਂ ਇਹਨਾਂ ਦੇ ਜਿਹੜੇ ਕੋਸਟ ਸੀ ਬਰਾਬਰ ਹੋ ਗਈ। ਤਾਂ ਜਿਹੜੇ ਇਹਨਾਂ ਕੋਲੇ ਐਡੀਸ਼ਨਲ ਐਡਵਾਂਟੇਜ ਸੀ ਅੰਗਰੇਜ਼ਾਂ ਕੋਲੇ ਉਹ ਖਤਮ ਹੋ ਗਈ, ਕੋਈ ਐਡੀਸ਼ਨਲ ਐਡਵਾਂਟੇਜ ਨਹੀਂ ਰਹੀ ਹੈਗੀ। ਤਾਂ ਇਹ ਚੀਜ਼ ਵੀ ਫਿਰ ਅੰਗਰੇਜ਼ਾਂ ਨੂੰ ਤੰਗ ਕਰਨ ਲੱਗ ਗਈ ਕਿ ਇਹ ਮੀਰ ਕਾਸਿਮ ਤਾਂ ਹੋਰ ਵੀ ਸਾਨੂੰ ਤੰਗ ਕਰਨ ਲੱਗ ਰਹੇਗਾ। ਤਾਂ ਫਿਰ ਕੀ ਕੀਤਾ, ਮੀਰ ਕਾਸਿਮ ਨੂੰ ਹਟਾ ਕੇ ਦੁਬਾਰਾ ਫਿਰ ਮੀਰ ਜਾਫਰ ਨੂੰ ਬਿਠਾ ਦਿੱਤਾ ਗੱਦੀ ਦੇ ਉੱਪਰ, ਠੀਕ ਹੈ ਨਾ।
ਹੁਣ ਮੀਰ ਕਾਸਿਮ ਨੇ ਇੱਦਾਂ ਹੀ ਨਹੀਂ ਛੱਡਤੀ ਗੱਦੀ, ਇਹਦੇ ਨਾਲ ਇਸਦੇ ਲਈ ਅੰਗਰੇਜ਼ਾਂ ਨੇ ਲੜਾਈ ਲੜੀ ਮੀਰ ਕਾਸਿਮ ਨਾਲ। ਉਹ ਕਿਹੜੀ ਲੜਾਈ ਸੀ ਉਹ ਆਪਾਂ ਦੇਖਦੇ ਹਾਂ, ਬੈਟਲ ਆਫ ਬਕਸਰ। ਠੀਕ ਹੈ ਨਾ, ਬੈਟਲ ਆਫ ਬਕਸਰ ਹੈ ਕਿ ਮੀਰ ਕਾਸਿਮ ਨੂੰ ਜਦੋਂ ਹਟਾਇਆ ਗਿਆ, ਉਹ ਉਦੋਂ ਕਿਵੇਂ ਹਟਾਇਆ ਗਿਆ, ਇੱਕ ਜੰਗ ਲੜ ਕੇ ਹਟਾਇਆ ਗਿਆ, ਉਹ ਸੀ ਬੈਟਲ ਆਫ ਬਕਸਰ, ਜਿਹੜੀ ਕਿ 1764 ਦੇ ਵਿੱਚ ਲੜੀ ਗਈ। ਹੁਣ ਇਸ ਬੈਟਲ ਆਫ ਬਕਸਰ ਦੇ ਵਿੱਚ ਕੀ ਸੀਗਾ, 3 ਜਿਹੜੀਆਂ ਕੰਬਾਈਨਡ ਆਰਮੀਜ਼ ਸੀਗੀਆਂ, 3 ਆਰਮੀਜ਼। ਇੱਕ ਤਾਂ ਓਬਵੀਅਸਲੀ ਮੀਰ ਕਾਸਿਮ ਹੋਏਗਾ, ਠੀਕ ਹੈ ਨਾ, ਜਿਹੜਾ ਆਪਾਂ ਪੜ੍ਹੇ ਇੱਥੇ ਮੀਰ ਕਾਸਿਮ। ਦੂਸਰਾ ਸੀਗਾ ਨਵਾਬ ਆਫ ਅਵਧ। ਅਵਧ ਜਿਵੇਂ ਤੁਸੀਂ ਲਖਨਊ ਵਾਲਾ ਏਰੀਆ ਮੰਨ ਲਓ, ਠੀਕ ਹੈ, ਆਪਣਾ ਜੇ ਇੰਡੀਆ ਹੈ, ਠੀਕ ਹੈ, ਅਤੇ ਇੱਥੇ ਜੇ ਲਖਨਊ ਵਾਲਾ ਏਰੀਆ ਆ ਗਿਆ ਅਵਧ, ਇੱਥੇ ਜੇ ਅਵਧ ਆ ਗਿਆ, ਠੀਕ ਹੈ ਨਾ, ਤਾਂ ਇੱਥੋਂ ਦਾ ਨਵਾਬ ਸੀ ਜਿਹੜਾ ਸ਼ੁਜਾਊਦੌਲਾ, ਸ਼ੁਜਾਊ ਉਦ ਦੌਲਾ, ਠੀਕ ਹੈ, ਇਹ ਅਵਧ ਦਾ ਨਵਾਬ ਸੀਗਾ। ਅਤੇ ਤੀਸਰਾ ਸੀਗਾ ਮੁਗਲ ਐਂਪਰਰ। ਦੇਖੋ ਸਾਰਾ ਇੰਡੀਆ ਦਾ ਜਿਹੜਾ ਇੰਡੀਆ ਦੇ ਉੱਪਰ ਮੁਗਲ ਦਾ ਰਾਜ ਸੀਗਾ, ਮੁਗਲਾਂ ਦਾ ਰਾਜ ਸੀਗਾ, ਅਤੇ ਜਿਹੜਾ ਦਿੱਲੀ ਦੇ ਵਿੱਚ ਬੈਠਾ ਸੀ ਜਾਂ ਮੁਗਲ ਐਂਪਰਰ ਸੀਗਾ ਪ੍ਰੋਪਰ, ਪੂਰੇ ਦੇਸ਼ ਦਾ ਜਿਹੜਾ ਕਰਤਾ ਧਰਤਾ ਕਹਿ ਸਕਦੇ ਆਪਾਂ, ਉਹ ਵੀ ਸੀਗਾ ਇਹਦੇ ਵਿੱਚ ਸ਼ਾਮਿਲ, ਸ਼ਾਹ ਆਲਮ ਟੂ। ਜਿਵੇਂ ਕਿ ਅਕਬਰ, ਔਰੰਗਜ਼ੇਬ, ਜਹਾਂਗੀਰ, ਇਹ ਸਾਰੇ ਸੀਗੇ ਮੁਗਲ ਐਂਪਰਰ, ਉਸ ਤਰ੍ਹਾਂ ਸ਼ਾਹ ਆਲਮ ਵੀ ਇੱਕ ਮੁਗਲ ਐਂਪਰਰ ਸੀਗਾ ਸਾਰੇ ਦੇਸ਼ ਦਾ। ਤਾਂ ਇਹ ਵੀ ਬੈਟਲ ਆਫ ਬਕਸਰ ਦੇ ਵਿੱਚ ਇਨਵੋਲਵਡ ਸੀਗਾ। ਕਿਹਦੇ ਖਿਲਾਫ? ਅੰਗਰੇਜ਼ਾਂ ਦੇ ਖਿਲਾਫ। ਅੰਗਰੇਜ਼ਾਂ ਦਾ ਵੀ ਕੌਣ ਲੜ ਰਿਹਾ ਸੀ ਇੱਥੇ? ਮੇਜਰ ਹੈਕਟਰ ਮੁਨਰੋ। ਪਹਿਲਾਂ ਆਪਾਂ ਨੇ ਬੈਟਲ ਆਫ ਪਲਾਸੀ ਦੇ ਵਿੱਚ ਕੀ ਦੇਖਿਆ, ਕੌਣ ਕੌਣ ਲੜ ਰਿਹਾ ਸੀਗਾ? ਇੱਕ ਤਾਂ ਐਡਮਿਰਲ ਵਾਟਸਨ ਅਤੇ ਲੋਰਡ ਕਲਾਈਵ, ਇਹ ਦੋਨੇ ਲੜ ਰਹੇ ਸੀ ਆਪ ਅੱਗੇ ਆ ਕੇ, ਠੀਕ ਹੈ, ਵਾਟਸਨ ਅਤੇ ਕਲਾਈਵ। ਇਹਦੇ ਵਿੱਚ ਕੌਣ ਹੈ? ਹੈਕਟਰ ਮੁਨਰੋ ਹੈਗਾ। ਕਿੱਥੇ? ਬੈਟਲ ਆਫ ਬਕਸਰ ਦੇ ਵਿੱਚ। 3 ਧਿਆਨ ਰੱਖਣਾ, ਇਹ ਵੀ ਕੁਐਸਚਨ ਆ ਜਾਂਦਾ ਵੀ ਕੌਣ ਕੌਣ ਲੜਿਆ ਸੀਗਾ। ਇਹ ਤਿੰਨੇ ਸੀਗੇ, ਨਵਾਬ ਆਫ ਬੰਗਾਲ, ਬੰਗਾਲ ਦੇਖੋ ਉਰੇ 'ਚ ਆ ਗਿਆ, ਬੰਗਾਲ ਉਰੇ 'ਚ ਆ ਗਿਆ, ਅਵਧ ਉਰੇ ਆ ਗਿਆ, ਬੰਗਾਲ ਅਵਧ, ਅਤੇ ਇੱਕ ਦਿੱਲੀ ਦੇ ਵਿੱਚ ਬੈਠਾ ਮੁਗਲ ਐਂਪਰਰ। ਇਹ 3 ਬੰਦੇ ਇਕੱਠੇ ਹੋ ਕੇ ਲੜ ਰਹੇ ਸੀ ਅੰਗਰੇਜ਼ਾਂ ਦੇ ਖਿਲਾਫ ਬੈਟਲ ਆਫ ਬਕਸਰ ਦੇ ਵਿੱਚ 1764, ਠੀਕ ਹੈ। ਹੁਣ ਜਿਹੜੀ ਬੈਟਲ ਆਫ ਬਕਸਰ ਹੈ, ਇੱਥੇ ਰੀਅਲ ਫਾਊਂਡੇਸ਼ਨ ਰੱਖੀ ਗਈ। ਬੈਟਲ ਆਫ ਪਲਾਸੀ ਦੇ ਵਿੱਚ ਤਾਂ ਠੀਕ ਹੈ, ਇੱਕ ਵਾਰੀ ਬੰਗਾਲ ਨੂੰ ਹਰਾਤਾ ਸੀਗਾ, ਠੀਕ ਹੈ, ਬੰਗਾਲ ਦੇ ਨਵਾਬ ਨੂੰ ਹਰਾਤਾ ਸੀ ਸਿਰਾਜੂਦੌਲਾ ਨੂੰ, ਬਟ ਬੈਟਲ ਆਫ ਬਕਸਰ ਦੇ ਵਿੱਚ ਕੀ ਹੋਇਆ, ਉਰੇ ਸ਼ਾਹ ਆਲਮ ਨੂੰ ਹਰਾਤਾ ਸੀਗਾ, ਉਰੇ ਮੁਗਲ ਐਂਪਰਰ ਨੂੰ ਹਰਾਤਾ ਸੀਗਾ, ਜਿਹੜਾ ਸਾਰੇ ਦੇਸ਼ ਦਾ ਕਰਤਾ ਧਰਤਾ ਸੀ ਉਹਨੂੰ ਹਰਾਤਾ ਸੀਗਾ। ਬਹੁਤ ਵੱਡੀ ਗੱਲ ਹੈ ਇਹ, ਇੱਕ ਕੰਪਨੀ ਨੇ, ਪ੍ਰਾਈਵੇਟ ਕੰਪਨੀ ਨੇ ਪੂਰੇ ਮੁਗਲ ਅੰਪਾਇਰ ਦੇ ਜਿਹੜਾ ਹੈੱਡ ਹੈ, ਮੁਗਲ ਐਂਪਰਰ ਹੈ, ਉਹਨੂੰ ਹੀ ਹਰਾਤਾ। ਤਾਂ ਇਹਨੂੰ ਕਿਹਾ ਜਾਂਦਾ ਕਿ ਬੈਟਲ ਆਫ ਬਕਸਰ ਹੈ ਜਿਹੜੀ ਉਹ ਰੀਅਲ ਫਾਊਂਡੇਸ਼ਨ ਹੈ। ਅਸਲੀ ਤਾਂ ਫਾਊਂਡੇਸ਼ਨ ਹੁਣ ਹੋਈ ਹੈ ਅੰਗਰੇਜ਼ੀ ਪਾਵਰ ਦੀ ਇੰਡੀਆ ਦੇ ਵਿੱਚ। ਰਿਜ਼ਲਟ ਕੀ ਹੋਇਆ ਜੀ ਇਹਦਾ ਬੈਟਲ ਆਫ ਬਕਸਰ ਦਾ? ਟ੍ਰੀਟੀ ਆਫ ਇਲਾਹਾਬਾਦ। ਇੰਪੋਰਟੈਂਟ ਹੈ ਜੀ, ਸਿੱਧਾ ਕੁਐਸਚਨ ਆ ਜਾਂਦਾ ਹੈਗਾ, ਠੀਕ ਹੈ। ਆਪਣਾ ਮੇਨ ਫੋਕਸ ਫਰੋਮ ਕੁਐਸਚਨ ਪਰਸਪੈਕਟਿਵ ਹੋਊ ਕਿ ਐਗਜ਼ਾਮੀਨੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ। ਆਪਾਂ ਉਸ ਚੀਜ਼ ਨੂੰ ਟਾਰਗੇਟ ਕਰਕੇ ਹੀ ਸਾਰਾ ਜਿਹੜਾ ਕੋਰਸ ਹੈ ਉਹ ਡਿਜ਼ਾਈਨ ਕੀਤਾ ਹੈਗਾ, ਬਹੁਤ ਕੇਅਰਫੁਲੀ ਡਿਜ਼ਾਈਨ ਕੀਤਾ ਕੋਰਸ। ਕੋਈ ਵੀ ਅਨਵਾਂਟਡ ਜਾਂ ਅਨਨੈਸੈਸਰੀ ਚੀਜ਼ ਇਹਦੇ ਵਿੱਚ ਨਹੀਂ ਹੈਗੀ, ਸਾਰੀ ਦੀ ਸਾਰੀ ਰੈਲੀਵੈਂਟ ਚੀਜ਼ਾਂ ਨੇਗੀਆਂ, ਠੀਕ ਹੈ। ਟ੍ਰੀਟੀ ਆਫ ਇਲਾਹਾਬਾਦ ਦਾ ਜਿਹੜਾ ਟਾਈਮ ਪੀਰੀਅਡ ਸੀਗਾ 1765 ਸੀਗਾ, ਠੀਕ ਹੈ। ਇਹਦੇ ਵਿੱਚ ਕੀ ਹੋਇਆ ਸੀਗਾ ਟ੍ਰੀਟੀ ਦੇ ਵਿੱਚ? ਦੀਵਾਨੀ ਰਾਈਟਸ ਮਤਲਬ ਟੈਕਸ ਕਲੈਕਸ਼ਨ ਕਰਨ ਦੀ ਰਾਈਟਸ। ਸਿੰਪਲੀ ਦੇਖੋ ਸਾਰੀ ਮੁੱਦਾ ਦੇਖੋ ਟੈਕਸ 'ਤੇ ਹੀ ਆ ਜਾਂਦਾ, ਪੈਸਿਆਂ 'ਤੇ ਹੀ ਆ ਜਾਂਦਾ ਹੁੰਦਾ ਕੁਛ ਵੀ ਹੈ। ਦੀਵਾਨੀ ਰਾਈਟਸ ਆਫ ਕਿੱਥੋਂ ਦੀ? ਬੰਗਾਲ, ਬਿਹਾਰ, ਉੜੀਸਾ, ਠੀਕ ਹੈ ਨਾ। ਹਾਲਾਂਕਿ ਇਹ ਉਸ ਟਾਈਮ 'ਤੇ ਸਟੇਟਸ ਹੈ ਨਹੀਂ ਸੀਗੀਆਂ, ਤਾਂ ਇਹ ਸਾਰਾ ਰੀਜਨ ਸੀ ਜਿਹੜਾ ਜਿਹਨੂੰ ਅਸੀਂ ਅੱਜ ਬੰਗਾਲ, ਬਿਹਾਰ ਅਤੇ ਉੜੀਸਾ ਕਹਿੰਦੇ ਹਾਂ। ਇਹ ਪਹਿਲਾਂ ਬੰਗਾਲ ਹੀ ਸੀ ਇਕੱਲਾ, ਠੀਕ ਹੈ ਨਾ। ਸਾਰਾ ਰੀਜਨ ਸੀ, ਇਹਦੇ ਵਿੱਚ ਬੰਗਾਲ ਆ ਗਿਆ ਸੀ, ਬਿਹਾਰ ਆ ਗਿਆ ਸੀ, ਉੜੀਸਾ ਆ ਗਿਆ ਸੀ, ਇਹ ਸਾਰਾ ਰੀਜਨ ਸੀਗਾ। ਤਾਂ ਇਸ ਰੀਜਨ ਦੀਆਂ ਜਿਹੜੀਆਂ ਟੈਕਸੇਸ਼ਨ ਰਾਈਟਸ ਨੇਗੀਆਂ ਉਹ ਅੰਗਰੇਜ਼ਾਂ ਨੂੰ ਮਿਲ ਗਈਆਂ ਸੀ, ਉਹ ਕੰਪਨੀ ਨੂੰ ਮਿਲ ਗਈਆਂ ਸੀ। ਕਿਹਦੇ ਵਿੱਚ? ਟ੍ਰੀਟੀ ਆਫ ਇਲਾਹਾਬਾਦ ਦੇ ਵਿੱਚ। ਕਦੋਂ ਹੋਈ ਸੀ ਇਹ? ਬੈਟਲ ਆਫ ਬਕਸਰ ਤੋਂ ਬਾਅਦ। ਕਿਉਂਕਿ ਦੇਖੋ ਹਾਰ ਗਏ ਸੀਗੇ ਸਾਰੇ, ਬੰਗਾਲ ਦਾ ਨਵਾਬ ਹਾਰ ਗਿਆ ਸੀ, ਅਵਧ ਹਾਰ ਗਿਆ ਸੀ, ਮੁਗਲ ਐਂਪਰਰ ਹਾਰ ਗਿਆ ਸੀ, ਤਾਂ ਇਹਨਾਂ ਨੂੰ ਕੰਪਨੀ ਦਾ ਸ਼ਰਤਾਂ ਮੰਨਣੀਆਂ ਪੈਣੀਆਂ ਸੀਗੀਆਂ। ਤਾਂ ਕੰਪਨੀ ਨੇ ਸ਼ਰਤ ਰੱਖੀ ਕਿ ਸਾਨੂੰ ਦੀਵਾਨੀ ਰਾਈਟਸ ਚਾਹੀਦੀਆਂ ਨੇ, ਸਾਨੂੰ ਟੈਕਸੇਸ਼ਨ ਰਾਈਟਸ ਚਾਹੀਦੀਆਂ ਨੇ ਇਸ ਰੀਜਨ ਦੀਆਂ, ਤਾਂ ਓਬਵੀਅਸਲੀ ਉਹਨਾਂ ਨੇ ਦੇ ਦਿੱਤੀਆਂ। ਹੁਣ ਦੇਖੋ ਹੋਰ ਆਪਾਂ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਮੁਗਲ ਐਂਪਰਰ ਸੀਗਾ ਉਹਨੂੰ ਹੀ ਹਰਾਤਾ, ਤਾਂ ਬਹੁਤ ਵੱਡੀ ਗੱਲ ਸੀ ਇਹ। ਅੱਛਾ, ਹੁਣ ਇਸ ਤੋਂ ਬਾਅਦ ਆਪਣੇ ਪਹਿਲਾਂ ਵੀ ਦੇਖਿਆ ਹੈ ਕਿ ਮੀਰ ਕਾਸਿਮ ਤੋਂ ਬਾਅਦ ਅਗੇਨ ਮੀਰ ਜਾਫਰ ਨਵਾਬ ਬਣ ਗਿਆ ਸੀਗਾ। ਪਹਿਲਾਂ ਵੀ ਮੀਰ ਜਾਫਰ, ਫਿਰ ਮੀਰ ਕਾਸਿਮ, ਫਿਰ ਅਗੇਨ ਮੀਰ ਜਾਫਰ। ਤਾਂ ਇਹ ਵੀ ਰਿਜ਼ਲਟ ਸੀ ਇਸ ਦਾ ਕਿ ਮੀਰ ਜਾਫਰ ਅਗੇਨ ਬਿਕੇਮ ਦਾ ਨਵਾਬ। ਹੋਰ ਵੱਡਾ ਇੱਕ ਰਿਜ਼ਲਟ ਕੀ ਸੀ? ਡਿਊਲ ਗਵਰਨਮੈਂਟ 1765 ਤੋਂ 72 ਆਪਾਂ ਦੇਖਦੇ ਕੀ ਹੁੰਦੀ ਹੈ ਡਿਊਲ ਗਵਰਨਮੈਂਟ। ਦੇਖੋ ਰੋਬਰਟ ਕਲਾਈਵ ਨੇ ਇੰਟਰੋਡਿਊਸ ਕੀਤਾ। ਪਹਿਲਾਂ ਤਾਂ ਇੱਕ ਇਹੀ ਕੁਐਸਚਨ ਬਣਦਾ ਵੀ ਕੀ ਨੇ ਇੰਟਰੋਡਿਊਸ ਕੀਤਾ, ਠੀਕ ਹੈ, ਰੋਬਰਟ ਕਲਾਈਵ ਨੇ। ਰੂਲ ਆਫ 2, ਡਿਊਲ ਦਾ ਮਤਲਬ 2 ਹੈਗਾ, ਠੀਕ ਹੈ। ਡਿਊਲ ਗਵਰਨਮੈਂਟ ਮਤਲਬ 2 ਜਣਾਂ ਦਾ ਰੂਲ ਆਫ 2। ਇੱਕ ਤਾਂ ਕੰਪਨੀ ਹੋ ਗਈ, ਦੂਸਰਾ ਹੋ ਗਿਆ ਨਵਾਬ, ਬੰਗਾਲ ਦਾ ਨਵਾਬ। ਹੁਣ ਆਪਾਂ ਨੇ ਦੇਖਿਆ ਕਿ ਜਿਹੜੇ ਦੀਵਾਨੀ ਰਾਈਟਸ ਸੀਗੇ ਆਹ ਵਾਲੇ ਸੀਗੇ, ਜਿਹੜੇ ਟੈਕਸੇਸ਼ਨ ਰਾਈਟਸ ਸੀਗੇ ਇਸ ਰੀਜਨ ਦੇ, ਬੰਗਾਲ, ਬਿਹਾਰ, ਉੜੀਸਾ ਦੇ, ਕੰਪਨੀ ਕੋਲੇ ਆ ਗਏ ਸੀ, ਤਾਂ ਇਹਨੂੰ ਅਸੀਂ ਕਹਿੰਦੇ ਹਾਂ ਦੀਵਾਨੀ ਰਾਈਟਸ। ਇਹ ਧਿਆਨ 'ਚ ਰੱਖਣਾ ਪਹਿਲੀ ਗੱਲ ਤਾਂ।
ਵੀ ਜਿਹੜੇ ਟੈਕਸੇਸ਼ਨ ਰਾਈਟਸ ਨੇ ਉਹਨਾਂ ਨੂੰ ਦੀਵਾਨੀ ਰਾਈਟਸ ਕਹਿੰਦੇ ਆਪਾਂ। ਤਾਂ ਹੁਣ ਆਪਾਂ ਜਦੋਂ ਡੂਅਲ ਰੂਲ ਦੀ ਗੱਲ ਕਰਦੇ ਹਾਂ ਤਾਂ ਇੱਕ ਕੰਪਨੀ ਕੋਲ ਆ ਗਿਆ। ਹੁਣ ਜਿਹੜੀ ਟੈਕਸੇਸ਼ਨ ਰਾਈਟਸ ਨੇ ਇਹ ਵੀ ਕਿਸੇ ਸਰਕਾਰ ਕੋਲ ਹੀ ਹੁੰਦੇ ਨੇ ਨਾ, ਠੀਕ ਹੈ ਨਾ, ਕੋਈ ਗਵਰਨਮੈਂਟ ਹੋਈ ਉਹਦੇ ਕੋਲ ਹੀ ਹੁੰਦੇ ਨੇ ਨਾ। ਤਾਂ ਹੁਣ ਜੇ ਟੈਕਸੇਸ਼ਨ ਰਾਈਟਸ ਕੰਪਨੀ ਕੋਲ ਆ ਗਏ ਤਾਂ ਇਹ ਵੀ ਗਵਰਨਮੈਂਟ ਦਾ ਪਾਰਟ ਹੋ ਗਿਆ ਇੱਕ ਤਰ੍ਹਾਂ ਦਾ। ਤਾਂ ਦੀਵਾਨੀ ਰਾਈਟਸ ਤਾਂ ਆ ਗਏ ਕਲੈਕਟਿੰਗ ਰੈਵਨਿਊ ਤਾਂ ਆ ਗਈ ਕੰਪਨੀ ਕੋਲੇ। ਉਸ ਤੋਂ ਬਾਅਦ 'ਚ ਸਰਕਾਰ ਦਾ ਹੋਰ ਕੀ ਕੰਮ ਹੁੰਦਾ, ਹੋਰ ਵੀ ਤਾਂ ਕੰਮ ਹੁੰਦਾ ਨਾ, ਇਕੱਲਾ ਟੈਕਸੇਸ਼ਨ ਕਲੈਕਟ ਕਰਨਾ ਨਹੀਂ ਹੁੰਦਾ ਹੈਗਾ, ਐਡਮਿਨਿਸਟ੍ਰੇਸ਼ਨ ਨੂੰ ਸੰਭਾਲਣਾ ਹੁੰਦਾ ਹੈਗਾ, ਜੁਡੀਸ਼ਰੀ ਦੇਖਣੀ ਹੁੰਦੀ ਹੈ, ਇਹ ਸਾਰੇ ਕੰਮ ਹੁੰਦੇ ਨੇ। ਤਾਂ ਇਹ ਜਿਹੜੇ ਸਾਰੇ ਕੰਮ ਨੇ ਐਡਮਿਨਿਸਟ੍ਰੇਸ਼ਨ ਦਾ, ਜੁਡੀਸ਼ਰੀ ਦਾ, ਪੁਲਿਸ ਦਾ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਨਿਜ਼ਾਮਤ ਫੰਕਸ਼ਨਸ। ਨਿਜ਼ਾਮਤ ਫੰਕਸ਼ਨਸ ਕਿਸੇ ਵੀ ਸਰਕਾਰ ਦੇ ਦੋ ਵੱਡੇ ਫੰਕਸ਼ਨਸ ਇਹ ਹੁੰਦੇ ਨੇ, ਇੱਕ ਦੀਵਾਨੀ ਰਾਈਟਸ, ਇੱਕ ਨਿਜ਼ਾਮਤ ਰਾਈਟਸ, ਠੀਕ ਹੈ। ਦੀਵਾਨੀ ਰਾਈਟਸ ਤਾਂ ਕੰਪਨੀ ਕੋਲ ਚਲੇ ਗਏ, ਜਿਹੜੇ ਨਿਜ਼ਾਮਤ ਰਾਈਟਸ ਨੇਗੇ ਉਹ ਇੱਕ ਤਰ੍ਹਾਂ ਹਲੇ ਨਵਾਬ ਕੋਲ ਹੀ ਨੇ, ਠੀਕ ਹੈ। ਇਹ ਨੋਮੀਨਲੀ ਨੇ, ਦੇਖਦੇ ਕਿਵੇਂ, ਮਤਲਬ ਜਿਹੜੀ ਪੁਲਿਸ ਅਤੇ ਜੁਡੀਸ਼ੀਅਲ ਫੰਕਸ਼ਨਸ ਨੇ ਉਹ ਨਵਾਬ ਵੀ ਕਰ ਰਿਹਾ ਹੈਗਾ, ਠੀਕ ਹੈ। ਦੀਵਾਨੀ ਰਾਈਟਸ ਤਾਂ ਕੰਪਨੀ ਨੂੰ ਦੇ ਦਿੱਤੇ, ਬਾਕੀ ਸਾਰੇ ਫੰਕਸ਼ਨਸ ਨਵਾਬ ਕੋਲ ਨੇ। ਬਟ ਅਗੇਨ ਜਿਹੜੀ ਦੀਵਾਨੀ ਫੰਕਸ਼ਨਸ ਨੇਗੇ ਆਪਣੀ ਟੈਕਸ ਕਲੈਕਸ਼ਨ ਦੇ ਰਾਈਟਸ ਨੇ, ਇਸ ਨੂੰ ਪੂਰਾ ਕਰਨ ਲਈ ਕੰਪਨੀ ਨੇ ਕੀ ਕੀਤਾ, 2 ਡਿਪਟੀ ਨਵਾਬ ਅਪੁਆਇੰਟ ਕੀਤੇ, ਠੀਕ ਹੈ। ਕਿ ਤੁਸੀਂ ਆਪਣੇ ਜਿਹੜੇ ਹੁਣ ਕੰਪਨੀ ਲੋਡ ਕਲਾਈਵ ਆਪ ਤਾਂ ਬੈਠਾ ਨਹੀਂਗਾ, ਲੋਡ ਕਲਾਈਵ ਕੋਲ ਤਾਂ ਹੋਰ ਵੀ ਕੰਮ ਨੇ, ਤਾਂ ਇਸ ਨੇ 2 ਡਿਪਟੀ ਨਵਾਬ ਦੀਵਾਨ ਨੇ ਜਿਹੜੇ ਉਹ ਅਪੁਆਇੰਟ ਕਰ ਲਏ ਕਿ ਤੂੰ ਟੈਕਸੇਸ਼ਨ ਦਾ ਦੇਖ, ਤੁਸੀਂ ਦੋਨੇ ਟੈਕਸੇਸ਼ਨ ਦਾ ਦੇਖੋ ਜਿਹੜੀ ਕਿ ਬੰਗਾਲ ਬਿਹਾਰ ਦੇ ਵਿੱਚੋਂ ਆਪਣੇ ਕਲੈਕਟ ਕਰਨੀ ਹੈ। ਮੁਹੰਮਦ ਰਿਜ਼ਾ ਖਾਨ ਨੂੰ ਬੰਗਾਲ ਦਾ ਚਾਰਜ ਫੜਾਤਾ, ਰਾਜਾ ਸ਼ਿਤਬ ਰਾਏ ਨੂੰ, ਦੋਨੇ ਨਾਮ ਇੰਪੋਰਟੈਂਟ ਨੇ ਜੀ, ਰਾਜਾ ਸ਼ਿਤਬ ਰਾਏ ਨੂੰ ਬਿਹਾਰ ਦਾ ਜਿਹੜਾ ਕਮਾਂਡ ਫੜਾਤੀ, ਠੀਕ ਹੈ, ਵੀ ਤੁਸੀਂ ਟੈਕਸੇਸ਼ਨ ਇੱਥੋਂ ਦੇਖੋ। ਹੁਣ ਦੇਖੋ ਆਪਾਂ ਇੱਕ ਵਾਰ ਤਾਂ ਦੇਖ ਲਿਆ ਕਿ ਨਿਜ਼ਾਮਤ ਫੰਕਸ਼ਨਸ ਵੈਸੇ ਨਵਾਬ ਕੋਲ ਨੇਗੇ, ਨਿਜ਼ਾਮਤ ਫੰਕਸ਼ਨਸ ਨਵਾਬ ਕੋਲ ਨੇ, ਬਟ ਇਹਦੇ ਵਿੱਚ ਵੀ ਕੰਪਨੀ ਇੰਟਰਫੇਅਰ ਕਰ ਰਹੀ ਸੀਗੀ। ਉਹ ਕਿਵੇਂ ਕਰ ਰਹੀ ਸੀਗੀ, ਕੰਪਨੀ ਕੋਲ ਇੱਕ ਹੋਰ ਰਾਈਟ ਸੀਗਾ ਕਿ ਨਵਾਬ ਤਾਂ ਠੀਕ ਹੈਗਾ ਬੰਗਾਲ ਦਾ, ਬਟ ਉਸ ਤੋਂ ਨੀਚੇ ਇੱਕ ਜਿਹੜਾ ਡਿਪਟੀ ਨਵਾਬ ਹੈ, ਜਿਵੇਂ ਆਪਣਾ ਤਹਿਸੀਲਦਾਰ ਅਤੇ ਡਿਪਟੀ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਹੁੰਦਾ ਹੈਗਾ, ਠੀਕ ਹੈ ਨਾ, ਉਸੇ ਤਰ੍ਹਾਂ ਇੱਕ ਨਾਇਬ ਨਵਾਬ ਸੀਗਾ ਜਾਂ ਡਿਪਟੀ ਨਵਾਬ ਕਹਿ ਸਕਦੇ ਆਪਾਂ। ਤਾਂ ਜਿਹੜਾ ਇਹ ਨਵਾਬ ਤਾਂ ਹੈਗਾ ਸੀ, ਠੀਕ ਹੈ, ਮੀਰ ਜਾਫਰ, ਜਿਹੜਾ ਡਿਪਟੀ ਨਵਾਬ ਸੀ ਇਹ ਵੀ ਕੰਪਨੀ ਅਪੁਆਇੰਟ ਕਰ ਰਹੀ ਸੀਗੀ, ਕੰਪਨੀ ਅਪੁਆਇੰਟ ਕਰ ਰਹੀ ਸੀਗੀ। ਤਾਂ ਕੁੱਲ ਮਿਲਾ ਕੇ ਜਿਹੜੇ ਨਿਜ਼ਾਮਤ ਫੰਕਸ਼ਨ ਸੀਗੇ ਉਸ ਦੇ ਵਿੱਚ ਵੀ ਕੰਪਨੀ ਦੀ ਇੰਟਰਫੇਰੈਂਸ ਬਹੁਤ ਸੀਗੀ, ਠੀਕ ਹੈ ਨਾ। ਤਾਂ ਇੱਥੋਂ ਕੀ ਨਿਕਲ ਕੇ ਆਉਂਦਾ ਹੈਗਾ ਕਿ ਕੰਪਨੀ ਕੋਲੇ ਪਾਵਰਸ ਸਾਰੀਆਂ ਸੀਗੀਆਂ, ਟੈਕਸੇਸ਼ਨ ਵੀ ਕਲੈਕਟ ਕਰ ਰਹੀ ਸੀਗੀ, ਠੀਕ ਹੈ ਨਾ। ਅਤੇ ਜਦੋਂ ਜਿਹੜੇ ਪੁਲਿਸ ਫੰਕਸ਼ਨ ਹੋਰ ਨੇ ਇਹਨਾਂ ਦੇ ਵਿੱਚ ਵੀ ਇੰਟਰਫੇਰੈਂਸ ਕਰ ਰਹੀ ਸੀ, ਰਿਸਪੋਂਸੀਬਿਲਿਟੀ ਕੋਈ ਨਹੀਂ ਸੀਗੀ ਕੰਪਨੀ ਕੋਲੇ, ਰਿਸਪੋਂਸੀਬਿਲਿਟੀ ਸਾਰੀ ਨਵਾਬ ਕੋਲੇ ਸੀ। ਉੱਪਰੋਂ ਦੇਖਣ ਨੂੰ ਐਂ ਲੱਗਦਾ ਸੀ ਕਿ ਨਵਾਬ ਦੇ ਹੱਥ 'ਚ ਸਾਰਾ ਕੁਛ, ਬਟ ਐਕਚੁਅਲ ਦੇ ਵਿੱਚ ਸਾਰਾ ਕੁਛ ਕੰਪਨੀ ਹੈਂਡਲ ਕਰ ਰਹੀ ਸੀਗੀ। ਤਾਂ ਕਿਹਾ ਜਾਂਦਾ ਕਿ ਕੰਪਨੀ ਕੋਲੇ ਪਾਵਰਸ ਸਾਰੀਆਂ ਸੀਗੀਆਂ ਬਟ ਰਿਸਪੋਂਸੀਬਿਲਿਟੀ ਕੋਈ ਨਹੀਂ ਸੀਗੀ, ਠੀਕ ਹੈ। ਰਿਸਪੋਂਸੀਬਿਲਿਟੀ ਸਾਰੀ ਨਵਾਬ ਦੀ ਹੀ ਦਿਖ ਰਹੀ ਸੀ ਆਪਾਂ ਨੂੰ ਉੱਪਰੋਂ। ਹੁਣ ਜਿਹੜੇ ਇਹ ਆਪਾਂ ਕਹਿ ਰਹੇ ਵੀ ਡਿਪਟੀ ਨਵਾਬ ਸੀਗਾ ਕਿ ਕੰਪਨੀ ਅਪੁਆਇੰਟ ਕਰ ਰਹੀ ਸੀਗੀ, ਮੁਹੰਮਦ ਰਿਜ਼ਾ ਖਾਨ ਜਿਹੜਾ ਕਿ ਡਿਪਟੀ ਦੀਵਾਨ ਸੀ, ਇਹ ਹੀ ਡਿਪਟੀ ਨਿਜ਼ਾਮ ਦਾ ਹੀ ਕੰਮ ਕਰਦਾ ਸੀ, ਠੀਕ ਹੈ ਨਾ। ਇਹ 2 ਕੰਮ ਕਰ ਰਿਹਾ ਸੀ ਬੰਦਾ, ਦੀਵਾਨੀ ਰਾਈਟਸ ਵਾਲਾ ਕੰਮ ਵੀ ਕਰ ਰਿਹਾ ਸੀ ਅਤੇ ਨਿਜ਼ਾਮਤ ਰਾਈਟਸ ਵਾਲਾ ਕੰਮ ਵੀ ਕਰ ਰਿਹਾ ਸੀ। ਕੌਣ? ਮੁਹੰਮਦ ਰਿਜ਼ਾ ਖਾਨ, ਠੀਕ ਹੈ। ਇਸੇ ਚੀਜ਼ ਨੂੰ ਆਪਾਂ ਡਿਊਲ ਗਵਰਨਮੈਂਟ ਕਹਿੰਦੇ ਹਾਂ ਕਿ ਕੰਪਨੀ ਵੀ ਰੂਲ ਕਰ ਰਹੀ ਸੀਗੀ, ਠੀਕ ਹੈ, ਦੀਵਾਨੀ ਰਾਈਟਸ ਵਾਸਤੇ ਕਰਕੇ, ਅਤੇ ਜਿਹੜਾ ਨਵਾਬ ਸੀ ਉਹਦੇ ਕੋਲ ਸੀਗੇ ਨਿਜ਼ਾਮਤ ਫੰਕਸ਼ਨਸ ਵਰਚੁਅਲੀ, ਐਕਚੁਅਲ 'ਚ ਡਿਪਟੀ ਨਿਜ਼ਾਮ ਅਪੁਆਇੰਟ ਕਰਦੀ ਸੀ ਕੰਪਨੀ। ਤਾਂ ਇਸ ਚੀਜ਼ ਨੂੰ ਡਿਊਲ ਗਵਰਨਮੈਂਟ ਕਹਿੰਦੇ ਆ। ਇੱਕ ਵਾਰੀ ਵੀਡੀਓ ਨੂੰ ਤੁਸੀਂ ਦੁਬਾਰਾ ਪਲੇ ਕਰ ਲਓ, ਠੀਕ ਹੈ, ਇਸ ਚੀਜ਼ ਨੂੰ ਥੋੜ੍ਹਾ ਹੋਰ ਕਲੈਰਿਟੀ ਆ ਜਾਏਗੀ। ਹੁਣ ਇਹ ਡਿਊਲ ਗਵਰਨਮੈਂਟ ਸੀਗੀ, ਇਹ ਕਦੋਂ ਤੋਂ ਕਦੋਂ ਤੱਕ ਰਹੀ? 1765 ਤੋਂ ਲੈ ਕੇ 1772 ਤੱਕ। ਦੇਖੋ 65 ਦੇ ਵਿੱਚ ਕੀ ਹੋਇਆ ਸੀਗਾ, ਟ੍ਰੀਟੀ ਆਫ ਇਲਾਹਾਬਾਦ ਹੋਈ ਸੀ ਆਪਣੀ, ਕਿਉਂਕਿ 1764 ਦੇ ਵਿੱਚ ਬੈਟਲ ਆਫ ਬਕਸਰ ਹੋਈ ਸੀਗੀ। ਟ੍ਰੀਟੀ ਆਫ ਇਲਾਹਾਬਾਦ ਤੋਂ ਬਾਅਦ ਜਿਹੜੀ ਡਿਊਲ ਗਵਰਨਮੈਂਟ ਕਦੋਂ ਤੱਕ ਰਹੀ ਹੈ? 72 ਦੇ ਵਿੱਚ। 72 ਦੇ ਵਿੱਚ ਕੀ ਹੋਇਆ ਸੀਗਾ, ਜਿਹੜਾ ਵਾਰਨ ਹਾਸਟਿੰਗ ਸੀਗਾ ਇਹ ਗਵਰਨਰ ਜਨਰਲ ਆਫ ਬੰਗਾਲ ਬਣ ਕੇ ਆਇਆ। ਇਸ ਨੇ ਡਿਡ ਅਵੇ ਵਿਦ ਦਾ ਡਿਊਲ ਗਵਰਨਮੈਂਟ ਕਿ ਇਹ ਕਹਿੰਦਾ ਹੁਣ ਇਹ ਡਿਊਲ ਗਵਰਨਮੈਂਟ ਨਹੀਂ, ਹੁਣ ਡਾਇਰੈਕਟਲੀ ਕੰਪਨੀ ਹੀ ਰੂਲ ਕਰੂਗੀ। ਪਹਿਲਾਂ ਤਾਂ ਐਂ ਦੇਖਿਆ ਜਾ ਰਿਹਾ ਸੀ ਕਿ ਵਰਚੁਅਲੀ ਨਵਾਬ ਰੂਲ ਕਰ ਰਿਹਾ ਸੀ, ਬਟ ਹੁਣ ਵਾਰਨ ਹਾਸਟਿੰਗ ਕਹਿੰਦਾ ਕਿ ਕੋਈ ਨਵਾਬ ਨਹੀਂ, ਕੰਪਨੀ ਸਿੱਧਾ ਹੀ ਰੂਲ ਕਰੂਗੀ, ਠੀਕ ਹੈ ਨਾ। ਤਾਂ ਇੱਥੋਂ ਡਾਇਰੈਕਟ ਰੂਲ ਸਟਾਰਟ ਹੋ ਗਿਆ ਸੀ 1772 ਤੋਂ ਬਾਅਦ। ਇਹ ਪਹਿਲਾਂ ਸਾਡਾ ਗਵਰਨਰ ਜਨਰਲ ਆਫ ਬੰਗਾਲ ਸੀਗਾ ਵਾਰਨ ਹਾਸਟਿੰਗ, ਡਾਇਰੈਕਟ ਰੂਲ ਆ ਗਿਆ ਸੀ। ਅਤੇ ਠੀਕ ਹੈ ਜੀ, ਹੁਣ ਅਸੀਂ ਦੇਖੋ ਪੜ੍ਹ ਰਹੇ ਹਾਂ ਕਿ ਜਦੋਂ ਅੰਗਰੇਜ਼ ਆਏ ਸੀਗੇ, ਅੰਗਰੇਜ਼ਾਂ ਨੇ ਜਿੱਤ ਲਿਆ, ਕਾਫੀ ਕੁਝ ਜਿੱਤ ਲਿਆ। ਉਦੋਂ ਬਾਅਦ 'ਚ ਇੰਡੀਆ ਦੇ ਵਿੱਚ ਹੋਰ ਐਕਸਪੈਂਡ ਕਰ ਰਹੇ ਸੀ ਅੰਗਰੇਜ਼ ਸਾਰੇ ਜਗ੍ਹਾ 'ਤੇ, ਠੀਕ ਹੈ ਨਾ, ਸਾਰੇ ਜਗ੍ਹਾ 'ਤੇ ਐਕਸਪੈਂਡ ਕਰ ਰਹੇ ਸੀ। ਇੱਥੇ ਵੀ ਜਿੱਤ ਰਹੇ ਸੀ, ਇੱਥੇ ਬੰਗਾਲ ਜਿੱਤ ਲਿਆ, ਠੀਕ ਹੈ, ਜਿਵੇਂ ਆਪਾਂ ਮੰਨਦੇ ਹਾਂ। ਤਾਂ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਸੀਗੀਆਂ, ਮੰਨ ਲਓ ਇੱਥੇ ਆ ਜਿਵੇਂ ਇਹ ਬੰਗਾਲ ਦਾ ਜਿੱਤ ਲਿਆ ਹੁਣ, ਠੀਕ ਹੈ ਨਾ। 1764 ਦੇ ਵਿੱਚ ਜਾਂ ਉਦੋਂ ਬਾਅਦ 'ਚੋਂ 72 ਦੇ ਵਿੱਚ ਹੁਣ ਸਿੰਗਲ ਗਵਰਨਮੈਂਟ ਆ ਗਈ, ਮਤਲਬ ਡਿਊਲ ਰੂਲ ਖਤਮ ਹੋ ਗਿਆ 1772 ਦੇ ਵਿੱਚ। ਤਾਂ ਹੁਣ ਬੰਗਾਲ ਤਾਂ ਜਿੱਤ ਲਿਆ। ਹੁਣ ਹੋਰ ਵੀ ਰੀਜਨ ਸੀਗੇ ਜਿਵੇਂ ਮੈਸੂਰ ਹੈਗਾ, ਠੀਕ ਹੈ, ਹੈਦਰਾਬਾਦ ਹੈ, ਹੈਦਰਾਬਾਦ ਦਾ ਨਿਜ਼ਾਮ ਹੈਗਾ, ਠੀਕ ਹੈ, ਮਰਾਠਾਸ ਨੇ, ਅਵਧ ਹੈ। ਇਹ ਡਿਫਰੈਂਟ ਰੀਜਨ ਨੇਗੇ ਜਿਹੜੇ ਇਹ ਕੀ ਜਿੱਤਨੇ ਬਾਕੀ ਸੀਗੇ,
क्योंकि ਆਪਾਂ ਜਿਹੜਾ ਚੈप्टर ਦਾ ਨਾਮ ਹੀ ਉਹ ਹੈਗਾ एक्सपेंशन ऑफ ब्रिटिश पावर ने किवें एक्सपैंड किया। ठीक है ना, पहला तो देखो स्टार्ट तो उरों ही होया बंगाल तो, बंगाल जितन तो स्टार्ट होया। इस करके असीं कहना कि जिहड़ी ब्रिटिश अंपायर की फाउंडेशन है वो बंगाल तो रखी गई। ठीक है ना, बैटल ऑफ प्लासी 57 दे विच, बैटल ऑफ बक्सर 64 दे विच, ते उदों बाद उन्होंने होर चीज़ों नूं शुरू किया कंकर करना। बंगाल की जित एक वड्डा फैक्टर सी एक्सपेंशन वास्ते अंग्रेज़ों की, क्योंकि बंगाल एक बहुत प्रोस्पैरस रीजन सीगा, खेती भी बहुत वधिया हुंदी सी, टैक्सेशन भी बहुत वधिया सी, ਤੇ ਵੈਸੇ ਵੀ ਬਹੁਤ ਰਿਸੋਰਸਫੁਲ ਰੀਜਨ ਹੈ ਇਹ। ਤਾਂ ਇੱਥੋਂ ਜਿਹੜੇ ਰਿਸੋਰਸਿਸ ਆਉਂਦੇ ਸੀ, ਟੈਕਸਿਸ ਆਉਂਦੇ ਸੀਗੇ, ਉਹ ਆਪਣੇ ਅੰਗਰੇਜ਼ ਸੀਗੇ, ਜਿਹੜੇ ਅੰਗਰੇਜ਼ਾਂ ਕੋਲੇ ਰਾਈਟ ਸੀਗੇ ਟੈਕਸੇਸ਼ਨ ਦੇ। ਤਾਂ ਜਿੱਥੋਂ ਜਿਹੜੀ ਕਮਾਈ ਇੱਥੋਂ ਹੁੰਦੀ ਸੀ ਉਹ ਦੂਸਰੇ ਰੀਜਨ ਦੇ ਵਿੱਚ ਲਗਾਉਂਦੀ ਸੀ ਕੰਪਨੀ, ਦੂਸਰੇ ਰੀਜਨ ਦੇ ਵਾਰਸ ਨੂੰ ਸਪੋਂਸਰ ਕਰਦੀ ਸੀਗੀ, ਇੱਥੋਂ ਕਮਾ ਕੇ ਹੋਰ ਜਿਹੜੀਆਂ ਜੰਗਾਂ ਸੀ ਉਹ ਲੜ ਰਹੀ ਸੀ। ਤਾਂ ਬੰਗਾਲ ਦੇ ਜਿੱਤ ਇੱਕ ਬਹੁਤ ਡਿਸਾਈਸਿਵ ਫੈਕਟਰ ਸੀਗਾ ਅੰਗਰੇਜ਼ਾਂ ਦੀ ਪਾਵਰ ਦੇ ਲਈ। ਠੀਕ ਹੈ, ਇਹ ਚੀਜ਼ ਮੰਨੀ ਜਾਂਦੀ ਹੈ। ਹੁਣ ਇਸੇ ਤਰ੍ਹਾਂ ਆਪਾਂ ਇਕੱਲਾ ਰੀਜਨ ਪੜ੍ਹਾਂਗੇ ਜੋ ਜਿਹੜਾ ਕਿ ਅੰਗਰੇਜ਼ਾਂ ਨੇ ਐਕਸਪੈਂਡ ਕੀਤਾ, ਅੰਗਰੇਜ਼ਾਂ ਨੇ ਜਿੱਤਿਆ। ਪਹਿਲਾਂ ਆਪਾਂ ਪੜ੍ਹਦੇ ਹਾਂ ਮਾਈਸੂਰ। ਦੇਖੋ ਮਾਈਸੂਰ ਦੀ ਲੋਕੇਸ਼ਨ ਤੁਸੀਂ ਦੇਖ ਲਈ, ਇੱਥੇ ਹੈਗੀ। ਠੀਕ ਹੈ ਨਾ, ਜਿੱਥੇ ਆਪਣਾ ਅੱਜ ਕਰਨਾਟਕ ਹੈ ਉਹ ਮਾਈਸੂਰ ਸਟੇਟ ਸੀਗੀ ਪਹਿਲਾਂ ਮਾਈਸੂਰ। ਹੁਣ ਮਾਈਸੂਰ ਅੱਜ ਸਿਰਫ ਇੱਕ ਛੋਟਾ ਜਿਹਾ ਸ਼ਹਿਰ ਬਣ ਕੇ ਰਹਿ ਗਿਆ, ਜਿਹੜੀ ਪਹਿਲਾਂ ਬਹੁਤ ਵੱਡੀ ਸਟੇਟ ਸੀ। ਮਾਈਸੂਰ ਦੇ ਵਿੱਚ ਦੇਖੋ ਜਿਹੜੀ ਆਪਾਂ ਮੇਨ ਚੀਜ਼ ਸਿਰਫ ਉਹੀ ਪੜ੍ਹਾਂਗੇ। ਠੀਕ ਹੈ, ਹੈਦਰ ਅਲੀ, ਦੋ ਮੇਨ ਰੂਲਰ ਹੋਏ ਨੇ, ਇੱਕ ਹੈਦਰ ਅਲੀ, ਇੱਕ ਟੀਪੂ ਸੁਲਤਾਨ। ਟੀਪੂ ਸੁਲਤਾਨ ਹੈਦਰ ਅਲੀ ਦਾ ਹੀ ਬੇਟਾ ਸੀਗਾ। ठीक है, सब तो पहले हैदर अली, ਇਹਦਾ ਬਰਥ ਕਦੋਂ ਹੋਇਆ ਜੀ 1721 ਦੇ ਵਿੱਚ। ਦੇਖੋ ਸਾਰੀ ਜਿਹੜੀ ਆਪਾਂ ਸਟੋਰੀਜ਼ ਪੜ੍ਹ ਰਹੇ ਇਹ 18th ਸੈਂਚੁਰੀ ਦੇ ਵਿੱਚ ਪੜ੍ਹ ਰਹੇ ਆਲਮੋਸਟ, ਕਿ 1700 ਦੀ ਤੋਂ ਬਾਅਦ ਤੇ 1799 ਤੋਂ ਪਹਿਲਾਂ ਲਗਭਗ ਇਸ ਰੀਜਨ ਦੇ ਵਿੱਚ ਪੜ੍ਹ ਰਹੇ ਆਪਾਂ ਚੀਜ਼ਾਂ ਨੂੰ। ਠੀਕ ਹੈ, 18ਵੀਂ ਸਦੀ ਕਹਿ ਦਿੰਦੇ ਆਪਾਂ ਇਸ ਚੀਜ਼ ਨੂੰ। ਇਸੇ ਕਰਕੇ ਜਿਹੜਾ ਹੈਦਰਾਬਾਦ ਦਾ ਵੀ ਹੈਦਰ ਅਲੀ ਦਾ ਵੀ ਜਨਮ 1721 ਦੇ ਵਿੱਚ ਮੰਨਦੇ ਆਪਾਂ। ਠੀਕ ਹੈ, ਇਹ ਬਹੁਤ ਇੱਕ ਸਿਰਫ ਘੋੜਸਵਾਰ ਸੀਗਾ ਇਹ ਆਰਮੀ ਦੇ ਵਿੱਚ, ਮਾਈਸੂਰ ਦੀ ਆਰਮੀ ਦੇ ਵਿੱਚ। ਮਤਲਬ ਬਹੁਤ ਛੋਟਾ ਇੱਕ ਸਿਪਾਹੀ ਜਾਂ ਕੁਝ ਵੀ ਕੀ ਕਹੋਗੇ ਤੁਸੀਂ ਉਸ ਚੀਜ਼ ਨੂੰ। ਠੀਕ ਹੈ ਨਾ, ਮਤਲਬ ਬਹੁਤ ਛੋਟੀ ਪੋਸਟ 'ਤੇ ਸੀਗਾ, ਪੜ੍ਹਿਆ ਲਿਖਿਆ ਨਹੀਂ ਸੀਗਾ, ਅਨਐਜੂਕੇਟਡ ਸੀਗਾ, ਬਟ ਹੁਸ਼ਿਆਰ ਸੀਗਾ, ਇੰਟੈਲੈਕਚੁਅਲ ਸੀਗਾ। ਅਤੇ ਹੌਲੀ ਹੌਲੀ ਇਹ ਰਾਈਜ਼ ਕਰਕੇ 1761 ਤੱਕ ਇਹ ਟੀ ਫੈਕਟਰ ਰੂਲਰ ਬਣ ਗਿਆ। ਅਸਲ ਦੇ ਵਿੱਚ ਇਹੀ ਰੂਲਰ ਬਣ ਗਿਆ ਮਾਈਸੂਰ ਦਾ। ਜਿਹੜਾ ਪਹਿਲਾਂ ਇੱਕ ਆਮ ਘੋੜਸਵਾਰ ਸੀਗਾ ਉਹ ਹੌਲੀ ਹੌਲੀ ਮਾਈਸੂਰ ਦਾ ਰੂਲਰ ਬਣ ਗਿਆ। ਠੀਕ ਹੈ, ਬਹੁਤ ਇੰਟੈਲੀਜੈਂਟ ਬੰਦਾ ਸੀ, ਕਹਿਣ ਦਾ ਮਤਲਬ। ਹੀ ਟੁੱਕ ਦਾ ਹੈਲਪ ਆਫ ਫਰੈਂਚ, ਇਹਨੇ ਫਰਾਂਸ ਦੀ ਹੈਲਪ ਲਈ। ਠੀਕ ਹੈ, ਫੈਕਟਰੀ ਬਣਾਉਣ ਵਾਸਤੇ, ਜਿੱਥੇ ਕਿ ਹਥਿਆਰ ਬਣਾਉਂਦਾ ਸੀ, ਆਰਮਸ ਫੈਕਟਰੀ। ਡਿੰਡੀਗੁਲ ਨਾਮ ਦੀ ਜਗ੍ਹਾ ਦੇ ਉੱਪਰ ਆਰਮਸ ਫੈਕਟਰੀ ਬਣਾਈ ਇਸ ਨੇ। ਠੀਕ ਹੈ, ਉਸ ਤੋਂ ਬਾਅਦ 'ਚੋਂ ਇਸ ਦੇ ਬੇਟੇ ਨੇ ਵੀ ਬਹੁਤ ਕੁਝ ਕੀਤਾ ਆਰਮਸ ਫੈਕਟਰੀ ਵਾਸਤੇ। ਠੀਕ ਹੈ ਨਾ, ਮਾਈਸੂਰ ਦੇ ਵਿੱਚ ਕਾਫੀ ਚੀਜ਼ ਇਹ ਹੁੰਦੀ ਹੈ ਕਿ ਫਰਾਂਸ ਤੋਂ ਬਹੁਤ ਹੈਲਪ ਲਈ ਦੋਨਾਂ ਨੇ, ਜਿਹੜੀ ਮਾਈਸੂਰ ਸਟੇਟ ਹੈ। ਆਪਾਂ ਪਹਿਲਾਂ ਵੀ ਲਾਸਟ ਸੈਸ਼ਨ ਦੇ ਵਿੱਚ ਕੀਤਾ ਹੈ ਕਿ ਇੰਗਲੈਂਡ ਵਰਸਿਸ ਫਰਾਂਸ ਹਮੇਸ਼ਾ ਹੀ ਰਿਹਾ। ਠੀਕ ਹੈ, ਹੁਣ ਜਦੋਂ ਮਾਈਸੂਰ ਫਰਾਂਸ ਵੱਲ ਜਾ ਰਿਹਾ ਹੈ ਤਾਂ ਜਦੋਂ ਜਿਹੜੇ ਅੰਗਰੇਜ਼ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਏਗੀ ਇਹ ਚੀਜ਼ ਕਿ ਇਹ ਕੀ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ, ਓਬਵੀਅਸ ਜੀ ਗੱਲ ਹੈ। ਠੀਕ ਹੈ ਨਾ, ਤਾਂ ਹੈਦਰ ਅਲੀ ਵਰਗੇ ਨੇ ਜਦੋਂ ਫਰੈਂਚ ਆਰਮੀ ਤੋਂ ਹੈਲਪ ਲੈਣੀ ਸ਼ੁਰੂ ਕੀਤੀ, ਵੈਸਟਰਨ ਮੈਥਡ ਵੀ ਆਪਣੀ ਆਰਮੀ ਦੇ ਵਿੱਚ ਲੈ ਕੇ ਆਉਂਦੇ, ਕਾਫੀ ਮੋਡਰਨਾਈਜ਼ ਕੀਤਾ। ਬਹੁਤ ਇੰਟੈਲੈਕਚੁਅਲ ਰੂਲਰ ਸੀਗੇ ਦੋਨੋਂ ਜਣੇ, ਹੈਦਰ ਅਲੀ ਵੀ ਅਤੇ ਟੀਪੂ ਸੁਲਤਾਨ ਵੀ। ਆਪਣੀ ਮਿਲਟਰੀ ਨੂੰ ਵੀ ਬਹੁਤ ਰਿਫੋਰਮ ਕੀਤਾ ਅਤੇ ਹੋਰ ਵੀ ਰੈਵਨਿਊ ਵਗੈਰਾ ਦੇ ਵਿੱਚ ਕਾਫੀ ਰਿਫੋਰਮਸ ਲੈ ਕੇ ਆਉਂਦੇ। ਬਹੁਤ ਵਿਜ਼ਨਰੀ ਰੂਲਰ ਸੀਗੇ ਦੋਨੋਂ। ਠੀਕ ਹੈ, ਇਹ ਚੀਜ਼ ਹੈਗੀ। ਹੁਣ ਆਪਾਂ ਪੜ੍ਹਦੇ ਹਾਂ ਕਿ ਦੇਖੋ ਤੁਹਾਨੂੰ ਦੱਸ ਰਿਹਾ ਮੈਂ ਕਿ ਜਦੋਂ ਫਰਾਂਸ ਵੱਲ ਜਾਣ ਲੱਗਿਆ ਮਾਈਸੂਰ ਤਾਂ ਪਸੰਦ ਨਹੀਂ ਆਉਣਾ ਸੀ। ਇਹੀ ਰੀਜ਼ਨ ਸੀ ਕਿ ਇਹਨਾਂ ਦੇ ਵਿੱਚ ਫਿਰ ਐਂਗਲੋ ਮਾਈਸੂਰ ਵਾਰ ਹੋਈ। ਐਂਗਲੋ ਮਤਲਬ ਇੰਗਲੈਂਡ, ਮਾਈਸੂਰ। ਠੀਕ ਹੈ, 3 ਵਾਰਸ ਹੋਈਆਂ ਜੀ, 4 ਵਾਰਸ ਹੋਈਆਂ ਬੇਸਿਕਲੀ। ਪਹਿਲੀ ਸੀਗੀ ਫਸਟ ਮਸੂਰ ਵਾਰ 1767 ਤੋਂ 69 ਦੇ ਵਿੱਚ। ਦੇਖੋ ਸਿਰਫ ਹਲੇ 64 ਦੇ ਵਿੱਚ ਬੈਟਲ ਆਫ ਬਕਸਰ ਹੋ ਕੇ ਹਟੀ ਹੈ। ਬੈਟਲ ਆਫ ਬਕਸਰ ਆਪਾਂ ਤੁਹਾਨੂੰ ਦੱਸਿਆ ਕਿ ਬੰਗਾਲ ਤੋਂ ਬਾਅਦ ਜਿਹੜੀ ਰੈਵਨਿਊ ਸੀ ਉਹ ਫਿਰ ਅੰਗਰੇਜ਼ਾਂ ਨੇ ਹੋਰ ਜਗ੍ਹਾ ਜਿੱਤਣ ਦੇ ਵਿੱਚ ਹੈਲਪ ਲਈ ਉਹਨਾਂ ਤੋਂ। ਠੀਕ ਹੈ, ਬੰਗਾਲ ਤੋਂ ਕਮਾਈ ਕਰਕੇ ਇਲੀਗਲੀ ਕਮਾਈ ਕਰਕੇ ਹੋਰ ਜਗ੍ਹਾ ਜਿੱਤੀਆਂ। ਸਿਰਫ 3 ਸਾਲ ਬਾਅਦ ਹੀ ਫਸਟ ਐਂਗਲੋ ਮਾਈਸੂਰ ਵਾਰ ਹੋ ਗਈ। ਇਹਦਾ ਰਿਜ਼ਲਟ ਸੀਗਾ ਟ੍ਰੀਟੀ ਆਫ ਮਦਰਾਸ। ਦੇਖੋ ਜਿਹੜੀਆਂ ਵਾਰਸ ਨੇ ਉਹਨਾਂ ਦੀਆਂ ਟ੍ਰੀਟੀਜ਼ ਬਹੁਤ ਇੰਪੋਰਟੈਂਟ ਨੇਗੀਆਂ। ਠੀਕ ਹੈ ਨਾ, ਉਹ ਸਿੱਧਾ ਕੁਐਸਚਨ ਇਹੀ ਪੁੱਛਦਾ ਹੈ ਕਿ ਟ੍ਰੀਟੀ ਆਫ ਮਦਰਾਸ ਕਿਦੋਂ ਬਾਅਦ ਹੋਈ, ਤਾਂ ਉਹਦਾ ਆਨਸਰ ਆਊਗਾ ਪਹਿਲੀ ਐਂਗਲੋ ਮਾਈਸੂਰ ਬਾਅਦ। ਠੀਕ ਹੈ, ਇਹ ਸ਼ਾਇਦ ਇੰਨਾ ਇੰਪੋਰਟੈਂਟ ਨਾ ਹੋਵੇ ਬਟ ਟ੍ਰੀਟੀਜ਼ ਬਹੁਤ ਇੰਪੋਰਟੈਂਟ ਨੇ। ਠੀਕ ਹੈ, ਸੈਕਿੰਡ ਵਾਰ ਸੀ ਜਿਹੜੀ ਉਹ ਹੋਈ ਸੀ 80 ਤੋਂ 84। ਇਹਦੇ ਵਿੱਚ ਕੀ ਸੀਗਾ, ਹੈਦਰ ਨੇ ਅਲਾਇੰਸ ਬਣਾ ਲਈ ਸੀ ਮਰਾਠਾਸ ਨਾਲ ਅਤੇ ਨਿਜ਼ਾਮ ਨਾਲ। ਨਿਜ਼ਾਮ ਕਿਹੜਾ, ਹੈਦਰਾਬਾਦ ਦਾ ਨਿਜ਼ਾਮ। ਹੈਦਰਾਬਾਦ, ਮਾਈਸੂਰ ਅਤੇ ਮਰਾਠਾ, ਇਹ ਤਿੰਨੋਂ ਜਣੇ ਮਿਲ ਕੇ ਅੰਗਰੇਜ਼ਾਂ ਖਿਲਾਫ ਲੜ ਰਹੇ ਸੀ ਇਸ ਵਾਰ ਦੇ ਵਿੱਚ। ਠੀਕ ਹੈ, ਆਪਾਂ ਅੱਗੇ ਪੜ੍ਹਾਂਗੇ ਕਿ ਇਸੇ ਟਾਈਮ ਪੀਰੀਅਡ ਦੇ ਵਿੱਚ ਫਸਟ ਐਂਗਲੋ ਮਰਾਠਾ ਵਾਰ ਵੀ ਹੋਈ ਸੀ। ਉਹਦਾ ਟਾਈਮ ਪੀਰੀਅਡ ਸੀਗਾ ਜੀ 75 ਤੋਂ ਲੈ ਕੇ 82।
75 ਤੋਂ ਲੈ ਕੇ 82 ਐਂਗਲੋ ਮਰਾਠਾ ਵਾਰ ਸੀਗੀ ਇਹ, ਕਿਉਂਕਿ ਦੇਖੋ ਇਹਦੇ ਟਾਈਮ ਪੀਰੀਅਡ ਦੇ ਵਿੱਚ ਹੀ ਆ ਰਿਹਾ ਨਾ, 80 ਤੋਂ 82 ਜੇ ਆਪਾਂ ਮੰਨੀਏ 2 ਸਾਲ ਕੋਇਨਸਾਈਡ ਕਰ ਰਹੇ ਨੇ ਇਹਦੇ ਨਾਲ, ਠੀਕ ਹੈ। ਤਾਂ ਇਹ ਜਿਹੜਾ ਟਾਈਮ ਪੀਰੀਅਡ ਸੀ ਇਸ ਦੇ ਵਿੱਚ ਹੈਦਰ ਅਲੀ ਨੇ, ਮਾਈਸੂਰ ਨੇ, ਠੀਕ ਹੈ, ਹੈਦਰਾਬਾਦ ਨੇ, ਮਾਈਸੂਰ ਨੇ ਅਤੇ ਮਰਾਠਾਸ ਨੇ, ਤਿੰਨਾਂ ਨੇ ਅਲਾਇੰਸ ਬਣਾ ਕੇ ਅੰਗਰੇਜ਼ਾਂ ਖਿਲਾਫ ਲੜਾਈ ਕੀਤੀ ਇਸ ਸੈਕਿੰਡ ਵਾਰ ਦੇ ਵਿੱਚ। ਸਿਰਫ ਸੈਕਿੰਡ ਵਾਰ ਦੇ ਵਿੱਚ ਹੋਇਆ ਇਹ, ਅਦਰਵਾਈਜ਼ ਮਾਈਸੂਰ ਇਕੱਲਾ ਹੀ ਰਿਹਾ ਹਮੇਸ਼ਾ। ਸਿਰਫ ਸੈਕਿੰਡ ਮਾਈਸੂਰ ਵਾਰ ਦੇ ਵਿੱਚ ਹੋਇਆ ਹੈ ਕਿ ਮਰਾਠਾ ਅਤੇ ਹੈਦਰਾਬਾਦ ਨੇ ਮਾਈਸੂਰ ਦੀ ਹੈਲਪ ਕੀਤੀ ਹੈ, ਠੀਕ ਹੈ। ਇਸ ਦੇਖੋ ਇਹਦੇ ਵਿੱਚ ਵੀ ਮਾਈਸੂਰ ਜਿੱਤਿਆ ਸੀ ਆਲਮੋਸਟ, ਅਤੇ ਇਹਦੇ ਵਿੱਚ ਵੀ ਮਾਈਸੂਰ ਜਿੱਤਿਆ ਸੀਗਾ। ਬਟ ਕੀ ਹੋਇਆ ਸੀ ਕਿ ਇਨ ਕੋਰਸ ਆਫ ਵਾਰ ਹੈਦਰ ਅਲੀ ਸੀ ਜਿਹੜਾ ਉਹ ਮਰ ਗਿਆ ਸੀ, ਉਹਦੀ ਡੈਥ ਹੋ ਗਈ ਸੀ ਬਿਕੋਜ਼ ਆਫ ਕੈਂਸਰ। ਲੜਾਈ ਦੇ ਵਿੱਚ ਨਹੀਂ ਮਰਿਆ ਬਟ ਕੈਂਸਰ ਦੇ ਨਾਲ ਮਰ ਗਿਆ ਸੀ 1782 ਦੇ ਵਿੱਚ। ਦੇਖੋ 80 ਤੋਂ 84 ਹੋਈ ਹੈ ਬੈਟਲ, ਜਿਹੜੀ ਵਾਰ ਹੋਈ ਹੈ ਇਹ ਐਂਗਲੋ ਮਾਈਸੂਰ ਵਾਰ, ਬਟ 82 ਦੇ ਵਿੱਚ ਹੈਦਰ ਅਲੀ ਦੀ ਡੈਥ ਹੋ ਗਈ। ਅਤੇ ਉਸ ਤੋਂ ਬਾਅਦ 'ਚੋਂ ਉਹਨਾਂ ਦੇ ਜਿਹੜਾ ਬੇਟੇ ਸੀਗੇ ਟੀਪੂ ਸੁਲਤਾਨ ਸਾਹਿਬ ਨੇ ਇਹ ਕੈਰੀ ਓਵਰ ਕੀਤਾ, ਅਤੇ ਟੀਪੂ ਸੁਲਤਾਨ ਨੇ ਹੀ ਫਿਰ ਜਿਹੜੀ ਟਰੀਟੀ ਸਾਈਨ ਕੀਤੀ ਐਂਡ ਦੇ, ਟਰੀਟੀ ਆਫ ਮੈਂਗਲੋਰ, ਇਹ ਵੀ ਇੰਪੋਰਟੈਂਟ ਹੈ, ਜਿਹੜੀ ਕਿ 1784 ਦੇ ਵਿੱਚ ਸਾਈਨ ਕੀਤੀ ਗਈ। ਓਬਵੀਅਸ ਜੀ ਗੱਲ ਹੈ ਜਦੋਂ ਵਾਰ ਐਂਡ ਹੋਈ, ਠੀਕ ਹੈ, ਟੀਪੂ ਸੁਲਤਾਨ ਨੇ। ਹੁਣ ਥਰਡ ਮਾਈਸੂਰ ਵਾਰ ਦੀ ਗੱਲ ਕਰੀਏ ਆਪਾਂ, ਉਹ ਹੋਈ ਸੀ 10 ਸਾਲ ਬਾਅਦ ਆਲਮੋਸਟ 90 ਤੋਂ ਲੈ ਕੇ 92 ਦੇ ਵਿੱਚ। ਹੁਣ ਇੱਥੇ ਓਬਵੀਅਸਲੀ ਟੀਪੂ ਸੁਲਤਾਨ ਹੈਗਾ, ਠੀਕ ਹੈ ਨਾ। ਇੱਥੇ ਇੱਕ ਵੱਡਾ ਚੇਂਜ ਇਹ ਆਇਆ ਕਿ ਅੰਗਰੇਜ਼ਾਂ ਦਾ ਜਿਹੜਾ ਗਵਰਨਰ ਸੀਗਾ ਉਹ ਲੋਰਡ ਕੋਰਨਵਾਲਿਸ ਬਣ ਗਿਆ ਸੀ। ਇਹਦਾ ਟਾਈਮ ਪੀਰੀਅਡ ਕੀ ਆਪਾਂ ਦੇਖਦੇ ਹੁੰਦੇ ਹਾਂ, ਆਲਮੋਸਟ 85 ਤੋਂ ਲੈ ਕੇ 93, 1785 ਤੋਂ ਲੈ ਕੇ 93, ਠੀਕ ਹੈ। ਤਾਂ ਓਬਵੀਅਸ ਹੀ ਗੱਲ ਹੈ ਜਿਹੜੀ ਮਾਈਸੂਰ ਵਾਰ ਹੈ ਇਹਦੇ ਟਾਈਮ ਪੀਰੀਅਡ ਦੇ ਵਿੱਚ ਹੋਈ ਹੈ, ਥਰਡ ਵਾਰ ਹੈ ਜਿਹੜੀ। ਤਾਂ ਇਹ ਕਾਫੀ ਐਪਰੀਹੈਂਸਿਵ ਸੀਗਾ। ਤੁਹਾਨੂੰ ਸ਼ਾਇਦ ਪਤਾ ਹੋਵੇ ਅਗਰ ਤੁਸੀਂ ਵਰਲਡ ਹਿਸਟਰੀ ਪੜ੍ਹੀ ਹੈ, ਅਮੈਰੀਕਨ ਵਾਰ ਆਫ ਇੰਡੀਪੈਂਡੈਂਸ ਹੋਈ ਸੀ। ਅਮੈਰੀਕਨ ਵਾਰ ਆਫ ਇੰਡੀਪੈਂਡੈਂਸ ਕਦੋਂ ਹੋਈ ਸੀ? 1776 ਦੇ ਵਿੱਚ, ਠੀਕ ਹੈ। 85 ਤੱਕ ਇਹ ਕਲੀਅਰ ਹੋ ਗਿਆ ਸੀ ਕਿ ਜਿਹੜੇ ਅੰਗਰੇਜ਼ ਨੇ, ਦੇਖੋ ਇੱਥੇ ਵੀ ਅਮੈਰੀਕਾ ਨੂੰ ਇੰਡੀਪੈਂਡੈਂਸ ਮਿਲ ਗਈ ਸੀ ਕਿਹਨਾਂ ਤੋਂ? ਬ੍ਰਿਟਿਸ਼ਰਸ ਤੋਂ। ਬ੍ਰਿਟਿਸ਼ ਇੱਥੇ ਵੀ ਰਾਜ ਕਰ ਰਹੇ ਸੀ ਅਮੈਰੀਕਾ ਦੇ ਵਿੱਚ ਵੀ, ਬਟ 85 ਦੇ ਵਿੱਚ ਹੀ ਹਾਰ ਗਏ ਸੀਗੇ ਬ੍ਰਿਟਿਸ਼ਰਸ, ਅਤੇ ਅਮੈਰੀਕਾ ਨੂੰ ਇੰਡੀਪੈਂਡੈਂਸ ਮਿਲ ਗਈ ਸੀਗੀ। ਇਹ ਗੱਲ ਹੈਗੀ ਹੈ 1785 ਦੀ, ਮੰਨ ਲਓ ਤੁਸੀਂ ਆਲਮੋਸਟ ਨੀਅਰ ਅਬਾਊਟ 1785, 84, 86 ਇਹਦੇ ਨੀਅਰ ਅਬਾਊਟ, ਠੀਕ ਹੈ। ਤਾਂ ਇੱਥੇ ਵੀ ਜਿਹੜਾ ਰੂਲਰ ਸੀ ਕੋਰਨਵਾਲਿਸ ਸੀਗਾ। ਹੁਣ ਦੇਖੋ ਕੋਰਨਵਾਲਿਸ ਤਾਜ਼ਾ ਹਾਰਿਆ ਹੋਇਆ ਸੀਗਾ, ਕਿੱਥੇ? ਅਮੈਰੀਕਾ ਦੇ ਵਿੱਚ ਤਾਜ਼ਾ ਹਾਰਿਆ ਹੋਇਆ ਸੀਗਾ। ਹੁਣ ਇਸੇ ਹਾਰੇ ਹੋਏ ਕੋਰਨਵਾਲਿਸ ਨੂੰ ਹੁਣ ਇੰਡੀਆ ਭੇਜ ਦਿੱਤਾ ਗਿਆ ਸੀਗਾ। 85 ਦੇ ਵਿੱਚ ਹਾਰ ਕੇ ਆਇਆ ਵਿਚਾਰਾ, ਠੀਕ ਹੈ। 90 ਦੇ ਵਿੱਚ ਜਾਂ 85 ਉਦੋਂ ਹਾਰਨ ਤੋਂ ਬਾਅਦ ਹੀ ਜਸਟ ਇਹਨੂੰ ਇੰਡੀਆ ਦੇ ਵਿੱਚ ਭੇਜ ਦਿੱਤਾ ਗਿਆ। ਹੁਣ ਇਹ ਬੜਾ ਐਪਰੀਹੈਂਸਿਵ ਸੀ। ਹੁਣ ਇਹ ਛੋਟੀ ਮੋਟੀ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਦਾ ਸੀਗਾ, ਕਿਉਂਕਿ ਇੱਕ ਵਾਰ ਤਾਂ ਪਹਿਲਾਂ ਹਾਰ ਚੁੱਕਿਆ ਹੈ, ਠੀਕ ਹੈ। ਹੁਣ ਨਹੀਂ ਇਹ ਬਰਦਾਸ਼ਤ ਕਰ ਰਿਹਾ ਸੀਗਾ। ਇਹੀ ਕਾਰਨ ਸੀ ਇਹਦਾ ਐਨੇ ਐਪਰੀਹੈਂਸਿਵ ਹੋਣ ਦਾ ਹੀ ਕਾਰਨ ਦਾ ਰਿਜ਼ਲਟ ਸੀਗਾ ਕਿ ਜਿਹੜੀ ਇਹ ਵਾਰ ਹੋਈ ਹੈਗੀ, ਠੀਕ ਹੈ। ਇਹਦੀ ਵਾਰ ਦਾ ਰਿਜ਼ਲਟ ਕੀ ਹੋਇਆ? ਟ੍ਰੀਟੀ ਆਫ ਸਰਿੰਗਾਪਟਨਮ, ਇਹ ਵੀ ਇੰਪੋਰਟੈਂਟ ਹੈ ਟ੍ਰੀਟੀ, ਠੀਕ ਹੈ, 92 ਦੇ ਵਿੱਚ। ਇਹਦੇ ਵਿੱਚ ਮਾਈਸੂਰ ਨੂੰ ਕਾਫੀ ਜਿਹੜਾ ਨੁਕਸਾਨ ਹੋਇਆ, ਠੀਕ ਹੈ। ਅੱਧੀ ਟੈਰੀਟਰੀ ਇਹਦੀ ਹਟ ਗਈ ਸੀ, ਠੀਕ ਹੈ। ਹਾਫ ਆਫ ਮਾਈਸੂਰੀਅਨ ਟੈਰੀਟਰੀ ਵਾਸ ਟੇਕਨ ਓਵਰ ਬਾਏ ਦ ਵਿਕਟਰਸ। ਹੁਣ ਅਗੇਨ ਇਹ ਜਿਹੜੀ ਥਰਡ ਵਾਰ ਸੀ ਇਹਦੇ ਵਿੱਚ ਬਲਕਿ ਜਿਹੜੇ ਅੰਗਰੇਜ਼ ਸੀਗੇ ਇਹਨਾਂ ਨੇ ਮਰਾਠਾ ਦੀ ਵੀ ਹੈਲਪ ਲਈ। ਇਸ ਵਾਰ ਦੇ ਵਿੱਚ ਮਾਈਸੂਰ ਇਕੱਲਾ ਸੀਗਾ। ਜਿਹੜੀ ਸੈਕਿੰਡ ਵਾਰ ਸੀਗੀ ਇਹਦੇ ਵਿੱਚ ਮਾਈਸੂਰ ਦੇ ਨਾਲ ਹੈਦਰਾਬਾਦ ਵੀ ਸੀਗਾ ਅਤੇ ਮਰਾਠੇ ਵੀ ਸੀਗੇ, ਬਟ ਇਸ ਵਾਰ ਦੇ ਵਿੱਚ ਮਾਈਸੂਰ ਇਕੱਲਾ ਸੀ। ਅੱਧੀ ਟੈਰੀਟਰੀ ਗਈ ਜੀ। 3 ਕਰੋੜ ਰੁਪਏ ਦੇ ਉੱਪਰ ਮਤਲਬ ਹਰਜ਼ਾਨਾ ਲਗਾਇਆ ਗਿਆ ਟੀਪੂ ਸੁਲਤਾਨ ਦੇ ਉੱਪਰ। ਟੀਪੂ ਸੁਲਤਾਨ ਦੇ 2 ਬੇਟਿਆਂ ਨੂੰ ਵੀ ਹੋਸਟੇਜ ਬਣਾਇਆ ਗਿਆ ਅੰਗਰੇਜ਼ਾਂ ਦੁਆਰਾ। ਤਾਂ ਇਹ ਕੁਝ ਰਿਜ਼ਲਟ ਸੀਗੇ ਥਰਡ ਮਾਈਸੂਰ ਵਾਰ ਦੇ। ਇਸ ਤੋਂ ਬਾਅਦ ਚੌਥੀ ਮਾਈਸੂਰ ਵਾਰ ਦੀ ਗੱਲ ਕਰੀਏ ਜੀ ਆਪਾਂ, ਉਹ ਹੋਈ ਹੈ 8 ਸਾਲਾਂ ਬਾਅਦ 1799 ਦੇ ਵਿੱਚ। ਹੁਣ ਇੱਥੇ ਲੋਰਡ ਵੈਲਜ਼ਲੀ ਆ ਗਏ ਸੀਗੇ। ਇਹਦਾ ਟਾਈਮ ਪੀਰੀਅਡ ਕੀ ਹੈ ਵੈਲਜ਼ਲੀ ਦਾ? 98 ਤੋਂ ਲੈ ਕੇ 1805, ਇਹ ਵੈਲਜ਼ਲੀ ਦਾ ਟਾਈਮ ਪੀਰੀਅਡ ਹੈ, ਠੀਕ ਹੈ। 4th ਮਾਈਸੂਰ ਵਾਰ ਵੇਲੇ ਲੋਰਡ ਵੈਲਜ਼ਲੀ ਸੀਗਾ। ਹੁਣ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਟੀਪੂ ਸੁਲਤਾਨ ਅਤੇ ਉਹਦਾ ਫਾਦਰ ਹੈਦਰ ਅਲੀ ਦੋਨੇ ਫਰੈਂਚ ਵੱਲ ਕਾਫੀ ਇਨਕਲਾਈਨਡ ਸੀਗੇ, ਠੀਕ ਹੈ। ਹੁਣ ਗਰੋਇੰਗ ਫਰੈਂਡਸ਼ਿਪ ਆਫ ਫਰੈਂਚ ਬਰਦਾਸ਼ਤ ਨਹੀਂ ਸੀ ਅੰਗਰੇਜ਼ਾਂ ਨੂੰ, ਅੰਗਰੇਜ਼ ਬਰਦਾਸ਼ਤ ਨਹੀਂ ਕਰ ਪਾ ਰਹੇ ਸੀ ਇਸ ਚੀਜ਼ ਨੂੰ, ਠੀਕ ਹੈ ਨਾ। ਤਾਂ ਇਸੇ ਕਰਕੇ ਇਹ ਵਾਰ ਅਗੇਨ ਹੋਈ ਹੈਗੀ। ਟੀਪੂ ਸੁਲਤਾਨ ਦੀ ਡੈਥ ਹੋ ਗਈ ਸੀ ਇਹਦੇ ਵਿੱਚ, ਠੀਕ ਹੈ। ਲਾਈਫ ਦੇਤੀ ਸੀ ਆਪਣੀ, ਡੈਥ ਹੋ ਗਈ ਸੀ ਇਸ ਵਾਰ ਦੇ ਵਿੱਚ। ਹੁਣ ਜਿਹੜੀ ਨਵੀਂ ਸਟੇਟ ਮਾਈਸੂਰ ਸਟੇਟ ਉੱਭਰ ਕੇ ਆਈ ਸੀਗੀ, ਠੀਕ ਹੈ, ਟੀਪੂ ਸੁਲਤਾਨ ਦੀ ਮੌਤ ਤੋਂ ਬਾਅਦ, ਡੈਥ ਤੋਂ ਬਾਅਦ, ਜਿਹੜੇ ਕਿ ਪੁਰਾਣੇ ਰੂਲਰ ਮਤਲਬ ਕਿ ਹੈਦਰ ਅਲੀ ਤੋਂ ਪਹਿਲਾਂ ਜਿਹੜੇ ਰੂਲਰ ਸੀਗੇ ਉਹ ਡਾਇਨੈਸਟੀ ਸੀਗੀ ਵੋਡਿਆਰ ਡਾਇਨੈਸਟੀ। ਹੈਦਰ ਅਲੀ ਤੋਂ ਪਹਿਲਾਂ ਦੀ ਗੱਲ ਕਰ ਰਹੇ ਆਪਾਂ। ਹੈਦਰ ਅਲੀ ਦਾ ਬਰਥ ਕਦੋਂ ਹੋਇਆ? 1721 ਦੇ ਵਿੱਚ। ਇਹਦੇ ਬਰਥ ਤੋਂ ਪਹਿਲਾਂ ਵੀ ਜਿਹੜੇ ਡਾਇਨੈਸਟੀ ਰੂਲ ਕਰ ਰਹੀ ਸੀ ਉਹ ਸੀ ਵੋਡਿਆਰ ਡਾਇਨੈਸਟੀ। ਹੁਣ ਟੀਪੂ ਸੁਲਤਾਨ ਦੀ ਡੈਥ ਤੋਂ ਬਾਅਦ ਵੀ ਅਗੇਨ ਇਸੇ ਡਾਇਨੈਸਟੀ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਜਾਂ ਮਾਈਨਰ ਰੂਲਰ ਨੂੰ, ਜਿਹਦਾ ਨਾਮ ਸੀ ਕ੍ਰਿਸ਼ਨ ਰਾਜਾ III, ਇਸ ਨੂੰ ਬਾਗਡੋਰ ਸੰਭਾਲ ਦਿੱਤੀ ਗਈ ਕਿ ਹੁਣ ਤੂੰ ਮਾਈਸੂਰ ਦੀ ਗੱਦੀ ਤੂੰ ਬੈਠ, ਠੀਕ ਹੈ।
ਤੇ ਇਹਨੂੰ ਸਬਸਿਡਰੀ ਅਲਾਇੰਸ ਟ੍ਰੀਟੀ ਵੀ ਸਾਈਨ ਕਰਵਾ ਦਿੱਤੀ ਗਈ ਇਸ ਤੋਂ। ਠੀਕ ਹੈ, ਇਹ ਆਪਾਂ ਪੜ੍ਹਦੇ ਹਾਂ ਸਬਸਿਡਰੀ ਅਲਾਇੰਸ ਹੁੰਦਾ ਕੀ ਹੈ ਬੇਸਿਕਲੀ, ਇਹ ਆਪਾਂ ਅੱਗੇ ਪੜ੍ਹਦੇ ਹਾਂ। ਠੀਕ ਹੈ ਜੀ, ਤਾਂ ਇਹ ਸਾਰਾ ਸੀਗਾ ਮਾਈਸੂਰ ਸਟੇਟ ਬਾਰੇ। ਉਸ ਤੋਂ ਬਾਅਦ ਦੇ ਵਿੱਚ ਹੁਣ ਦੇਖੋ ਆਪਾਂ ਆਲਮੋਸਟ 1800 ਦੇ ਵਿੱਚ ਪਹੁੰਚ ਗਏ ਹੈ ਨਾ। 1798 ਦੇ ਵਿੱਚ ਇਹ ਆ ਗਿਆ, ਮਾਈਸੂਰ 1799, ਆਲਮੋਸਟ 1800 ਦੇ ਵਿੱਚ ਪਹੁੰਚ ਗਏ। ਉਦੋਂ 30 ਸਾਲ ਬਾਅਦ ਵਿਲੀਅਮ ਬੈਂਟਿਕ ਨੇ ਮਾਈਸੂਰ ਨੂੰ ਟੇਕ ਓਵਰ ਕਰ ਲਿਆ ਕਿ ਇੱਥੇ ਗਵਰਨੈਂਸ ਵਧੀਆ ਨਹੀਂ ਹੈਗੀ। ਉਦੋਂ 50 ਸਾਲ ਬਾਅਦ ਲੋਰਡ ਰਿਪਨ ਆਇਆ, ਉਹਨੇ ਫਿਰ ਜਿਹੜਾ ਕਿੰਗਡਮ ਸੀ ਇਹ ਇਹਨਾਂ ਦੇ ਰੂਲਰ ਨੂੰ ਵਾਪਸ ਦੇ ਦਿੱਤੀ ਕਿ ਨਹੀਂ ਤੁਸੀਂ ਆਪਣੇ ਆਪ ਗਵਰਨ ਕਰੋ। ਠੀਕ ਹੈ, ਬ੍ਰਿਟਿਸ਼ ਸਰਕਾਰ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ। ਇਹ ਆਪਣਾ ਸੀਗਾ ਜੀ ਸਾਰਾ ਮਾਈਸੂਰ ਸਟੇਟ ਦਾ। ਠੀਕ ਹੈ, ਆਪਾਂ ਨੇ ਦੇਖਿਆ ਸੀ ਕਿ ਡਿਫਰੈਂਟ ਰੀਜਨ ਸੀ। ਆਪਣੇ ਬੰਗਾਲ ਦੇਖ ਲਿਆ, ਮਾਈਸੂਰ ਦੇਖ ਲਿਆ। ਠੀਕ ਹੈ, ਹੁਣ ਆਪਾਂ ਹੋਰ ਨੈਕਸਟ ਰੀਜਨ ਦੇਖਦੇ ਕਿਹੜਾ ਹੈਗਾ। ਥੋੜ੍ਹਾ ਜਿਹਾ ਆਪਾਂ ਟੀਪੂ ਸੁਲਤਾਨ ਬਾਰੇ ਦੇਖ ਲੈਂਦੇ ਪਹਿਲਾਂ। ਠੀਕ ਹੈ, ਇਹ ਕਾਫੀ ਇੰਪੋਰਟੈਂਟ ਬਣ ਜਾਂਦਾ ਹੈਗਾ। 1750 ਦੇ ਵਿੱਚ ਜਨਮ ਹੋਇਆ ਜੀ ਇਹਦਾ, ਹੈਦਰ ਅਲੀ ਦਾ ਬੇਟਾ ਸੀਗਾ। ਵੈਲ ਐਜੂਕੇਟਡ ਮੈਨ ਸੀ, ਬਹੁਤ ਪੜ੍ਹਿਆ ਲਿਖਿਆ ਸੀਗਾ। ਠੀਕ ਹੈ, ਕਈ ਲੈਂਗੁਏਜਿਸ ਆਉਂਦੀਆਂ ਸੀ, ਅਰਬਿਕ, ਪਰਸ਼ੀਅਨ, ਕੈਨਰੀਜ਼, ਉਰਦੂ। ਇਹਨੂੰ ਟਾਈਗਰ ਆਫ ਮਾਈਸੂਰ ਵੀ ਕਿਹਾ ਜਾਂਦਾ, ਇੰਪੋਰਟੈਂਟ ਹੈ। ਬਹੁਤ ਵਧੀਆ ਮਿਲਟਰੀ ਫੋਰਸ ਸੀ ਇਹਦੇ ਕੋਲ, ਯੂਰਪੀਅਨ ਮਾਡਲ ਦੀ ਸੀਗੀ। ਠੀਕ ਹੈ ਨਾ, ਸਾਰੇ ਮਤਲਬ ਅੰਗਰੇਜ਼ ਅਫਸਰ ਵੀ ਸੀਗੇ, ਫਰੈਂਚ ਆਰਮੀ ਦੇ ਅਫਸਰ ਵੀ ਸੀਗੇ, ਹੈਲਪ ਕਰਦੇ ਸੀ ਜਿਹੜੇ। ਕਾਫੀ ਯੂਰਪੀਅਨ ਮਾਡਲ ਦੇ ਉੱਪਰ ਇਹਨੇ ਆਪਣੀ ਮਿਲਟਰੀ ਬਣਾਈ ਹੋਈ ਸੀਗੀ। ਨੇਵਲ ਫੋਰਸ ਦੇ ਲਈ ਵੀ ਇਹਨੇ ਕਾਫੀ ਕਦਮ ਚੱਕੇ ਸੀਗੇ, ਜ਼ਿਆਦਾ ਨਹੀਂ ਮਤਲਬ ਕਰ ਪਾਇਆ ਸੀ, ਬਟ ਇਨੀਸ਼ੀਏਟ ਕੀਤਾ ਸੀ ਕਿ ਹਾਂ ਉਹਨੂੰ ਰਿਕਗਨਾਈਜ਼ ਕੀਤਾ ਸੀ ਕਿ ਨੇਵਲ ਫੋਰਸ ਹੋਣੀ ਚਾਹੀਦੀ ਹੈ, ਨੇਵੀ ਹੋਣੀ ਚਾਹੀਦੀ ਹੈ ਕਿਸੇ ਵੀ ਕਿੰਗਡਮ ਲਵੇ। ਸਾਇੰਸ ਐਂਡ ਟੈਕਨੋਲੋਜੀ ਦਾ ਬਹੁਤ ਤਗੜਾ ਪੈਟਰਨ ਸੀਗਾ ਇਹ। ਠੀਕ ਹੈ, ਇਹਨੂੰ ਪਾਇਨੀਅਰ ਆਫ ਰੋਕਟ ਟੈਕਨੋਲੋਜੀ, ਦੇਖੋ ਕਿੰਨੀ ਵੱਡੀ ਚੀਜ਼ ਹੈਗੀ। ਟੀਪੂ ਸੁਲਤਾਨ ਦੀ ਗੱਲ ਹੋ ਰਹੀ ਹੈਗੀ। ਟੀਪੂ ਸੁਲਤਾਨ ਨੂੰ ਰੋਕਟ ਟੈਕਨੋਲੋਜੀ ਦਾ ਪਾਇਨੀਅਰ ਮਤਲਬ ਸਟਾਰਟ ਕਰਨ ਵਾਲਾ, ਕਿ ਇੰਡੀਆ ਦੇ ਵਿੱਚ ਰੋਕਟ ਟੈਕਨੋਲੋਜੀ ਅਗਰ ਸਟਾਰਟ ਕੀਤੀ ਤਾਂ ਉਹ ਟੀਪੂ ਸੁਲਤਾਨ ਨੇ ਸਟਾਰਟ ਕੀਤੀ ਸੀ। ਦੇਖੋ ਕਿੰਨੀ ਘੈਂਟ ਚੀਜ਼ ਹੈਗੀ। ਇੰਟਰੋਡਿਊਸਿੰਗ ਸੈਰੀਕਲਚਰ, ਮਾਈਸੂਰ ਦੇ ਵਿੱਚ ਸੈਰੀਕਲਚਰ ਇੰਟਰੋਡਿਊਸ ਕੀਤਾ ਇਸ ਬੰਦੇ ਨੇ। ਸੈਰੀਕਲਚਰ ਕੀ ਹੁੰਦਾ ਜੀ, ਤੁਸੀਂ ਦੇਖੋ ਇਹ ਹੋਮਵਰਕ ਹੈ ਤੁਹਾਡਾ। ਸੈਰੀਕਲਚਰ, ਵਾਟ ਇਜ਼ ਸੈਰੀਕਲਚਰ, ਇਹ ਵੀ ਕੁਐਸਚਨ ਬਹੁਤ ਵਾਰੀ ਆ ਜਾਂਦਾ ਜੀ ਐਗਜ਼ਾਮ ਦੇ ਵਿੱਚ। ਦੇਖੋ ਤੁਸੀਂ ਕੀ ਹੁੰਦਾ ਸੈਰੀਕਲਚਰ, ਸਿਲਵੀਕਲਚਰ, ਸਾਰੇ ਕਲਚਰਸ ਦੇਖਣੇ ਨੇਗੇ। ਹੀ ਵਾਜ਼ ਅ ਲਵਰ ਆਫ ਡੈਮੋਕ੍ਰੇਸੀ। ਦੇਖੋ ਖੁਦ ਹਾਲਾਂਕਿ ਰੂਲਰ ਸੀਗਾ, ਇੱਕ ਮੋਨਾਰਕ ਸੀਗਾ, ਮੋਨਾਰਕ ਟਾਈਪ ਆਫ ਬੰਦਾ ਸੀ, ਬਟ ਡੈਮੋਕ੍ਰੇਸੀ ਨੂੰ ਬਹੁਤ ਪਿਆਰ ਕਰਦਾ ਸੀ ਵੀ ਹਾਂ ਹੋਣੀ ਚਾਹੀਦੀ ਇੱਦਾਂ। ਮੈਂਬਰ ਆਫ ਜਕੋਬਿਨ ਕਲੱਬ, ਦੇਖੋ ਜਕੋਬਿਨ ਕਲੱਬ ਬੇਸਿਕਲੀ ਨਾ ਫਰੈਂਚ ਰੈਵੋਲੂਸ਼ਨ ਦੇ ਨਾਲ ਰਿਲੇਟਡ ਹੈਗਾ। ਫਰੈਂਚ ਰੈਵੋਲੂਸ਼ਨ ਕਦੋਂ ਹੋਈ ਸੀ? ਫਰੈਂਚ ਰੈਵੋਲੂਸ਼ਨ 1789 ਦੇ ਵਿੱਚ। ਦੇਖੋ ਇਹੀ ਟਾਈਮ ਪੀਰੀਅਡ ਹੈ ਨਾ ਇਹਦਾ ਵੀ, ਟੀਪੂ ਸੁਲਤਾਨ ਦਾ ਵੀ 1750 ਦੇ ਵਿੱਚ ਬਰਥ ਹੋਇਆ ਦਾ। ਠੀਕ ਹੈ, 1799 ਦੇ ਵਿੱਚ ਡੈਥ ਹੋਈ ਹੈ ਟੀਪੂ ਸੁਲਤਾਨ ਦੀ, ਤਾਂ ਇਹੀ ਟਾਈਮ ਪੀਰੀਅਡ ਹੈ ਨਾ ਫਰੈਂਚ ਰੈਵੋਲੂਸ਼ਨ ਦਾ ਵੀ। ਤਾਂ ਇਹ ਬੇਸਿਕਲੀ ਜਿਹੜਾ ਜਕੋਬਿਨ ਕਲੱਬ ਹੈ ਇਹ ਇਹਦੇ ਨਾਲ ਸੰਬੰਧਿਤ ਹੈ ਫਰੈਂਚ ਰੈਵੋਲੂਸ਼ਨ ਦੇ ਨਾਲ। ਠੀਕ ਹੈ, ਤਾਂ ਕਿਉਂਕਿ ਆਪਾਂ ਨੇ ਦੇਖਿਆ ਵੀ ਜਿਹੜਾ ਟੀਪੂ ਸੁਲਤਾਨ ਸੀ ਫਰੈਂਚ ਦੇ ਨਾਲ ਕਾਫੀ ਦੋਸਤੀ ਸੀ ਇਹਦੀ, ਫਰਾਂਸ ਦੇ ਨਾਲ। ਹੁਣ ਜਦੋਂ ਫਰੈਂਚ ਰੈਵੋਲੂਸ਼ਨ ਹੋਈ ਹੈ ਤਾਂ ਇੱਕ ਸਿੰਬੋਲਿਕਲੀ ਮੈਂਬਰ ਬਣ ਗਿਆ ਸੀ ਇਸ ਕਲੱਬ ਦਾ। ਬਸ ਤੁਸੀਂ MCQ ਲਈ ਯਾਦ ਰੱਖਣਾ ਹੈ ਕਿ ਹੀ ਬਿਕੇਮ ਮੈਂਬਰ ਆਫ ਜਕੋਬਿਨ ਕਲੱਬ। ਅਗੇਨ ਟਰੀ ਆਫ ਲਿਬਰਟੀ, ਇਹ ਵੀ ਫਰੈਂਚ ਰੈਵੋਲੂਸ਼ਨ ਦੇ ਨਾਲ ਹੀ ਕੰਸਰਨਡ ਹੈਗੀ ਚੀਜ਼। ਠੀਕ ਹੈ ਨਾ, ਸ਼ਰਿੰਗਪਟਨਮ ਦੇ ਵਿੱਚ ਇਸ ਨੇ ਇਹ ਟਰੀ ਪਲਾਂਟ ਕੀਤਾ, ਟਰੀ ਆਫ ਲਿਬਰਟੀ। ਬਸ ਤੁਸੀਂ ਇਹ ਵੀ ਯਾਦ ਰੱਖਣਾ ਹੈਗਾ, ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨੂੰ ਪੈਣ ਦੀ ਲੋੜ ਨਹੀਂ ਹੈਗੀ, ਆਪਣੇ ਸਿਲੇਬਸ ਤੋਂ ਬਾਹਰ ਦੀ ਚੀਜ਼ ਹੈ ਉਹ। ਦੇਖੋ ਸ਼ਰਿੰਗਪਟਨਮ ਬੇਸਿਕਲੀ ਨਾ ਇੱਕ ਆਈਲੈਂਡ ਹੈਗਾ, ਇਹ ਸ਼ਹਿਰ ਦਾ ਨਾਮ ਹੈ ਵੈਸੇ ਤਾਂ, ਆਈਲੈਂਡ ਹੈਗਾ। ਆਈਲੈਂਡ ਕਿਵੇਂ ਹੈ? ਨਦੀ ਦੇ ਵਿਚਾਲੇ। ਕਿਹੜੀ ਨਦੀ ਦੇ ਵਿਚਾਲੇ? ਕਾਵੇਰੀ। ਮੰਨ ਲਓ ਕਾਵੇਰੀ ਚੱਲ ਰਹੀ ਹੈ, ਕਾਵੇਰੀ ਨਦੀ ਹੈ ਇਹ। ਇੱਥੇ ਜੇ ਆਈਲੈਂਡ ਹੈਗਾ ਵਿਚਾਲੇ, ਇੱਧਰ ਵੀ ਸਾਈਡ 'ਤੇ ਵੀ ਕਾਵੇਰੀ ਹੈ, ਇੱਧਰ ਵੀ ਕਾਵੇਰੀ ਹੈ, ਕਾਵੇਰੀ। ਜਿਹੜਾ ਆਹ ਆਈਲੈਂਡ ਹੈ ਇਹ ਸ਼ਰਿੰਗਪਟਨਮ ਆਈਲੈਂਡ ਹੈ। ਬੇਸਿਕਲੀ ਇੱਕ ਆਈਲੈਂਡ ਹੈ, ਮਤਲਬ ਰਿਵਰ ਆਈਲੈਂਡ। ਕਿਹੜੀ ਰਿਵਰ ਦੇ ਵਿੱਚ? ਕਾਵੇਰੀ ਨਦੀ ਦੇ ਵਿੱਚ। ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਵੀ ਕਾਫੀ ਇੰਪੋਰਟੈਂਟ ਸਾਈਟ ਹੈ ਇਹ ਸ਼ਰਿੰਗਪਟਨਮ। ਠੀਕ ਹੈ, ਤਾਂ ਸ਼ਰਿੰਗਪਟਨਮ ਦੇ ਵਿੱਚ ਟਰੀ ਆਫ ਲਿਬਰਟੀ ਲਗਾਇਆ ਕਿਹਨੇ? ਟੀਪੂ ਸੁਲਤਾਨ ਨੇ। ਦੇਖੋ ਆਪਾਂ ਪੋਲਿਟੀ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਜਿਹੜੇ ਫਰੈਂਚ ਰੈਵੋਲੂਸ਼ਨ ਹੈ ਅਸੀਂ ਇਸ ਤੋਂ ਬੋਰੋ ਕੀਤੇ ਨੇ ਕੁਛ ਚੀਜ਼ਾਂ। ਠੀਕ ਹੈ, ਲਿਬਰਟੀ, ਫਰੈਟਰਨਿਟੀ, ਇਹ ਚੀਜ਼ਾਂ ਆਪਣੇ ਪ੍ਰੈਂਬਲ ਦੇ ਵਿੱਚ ਲਈਆਂ ਨੇਗੀਆਂ। ਉਸੇ ਤੋਂ ਆਇਆ ਲਿਬਰਟੀ ਇੱਥੇ ਵੀ, ਕਿ ਟਰੀ ਆਫ ਲਿਬਰਟੀ ਇਹਨੇ ਪਲਾਂਟ ਕੀਤਾ। ਟੀਪੂ ਸੁਲਤਾਨ ਨੂੰ ਇੱਕ ਬਾਈਗੋਡ ਮੰਨਿਆ ਜਾਂਦਾ, ਮਤਲਬ ਇੱਕ ਕੱਟੜ ਮੰਨਿਆ ਜਾਂਦਾ, ਕੱਟੜ ਮੁਸਲਮਾਨ ਮੰਨਿਆ ਜਾਂਦਾ। ਠੀਕ ਹੈ ਨਾ, ਕਿ ਇਹਨੇ ਹਿੰਦੂਆਂ 'ਤੇ ਬਹੁਤ ਜ਼ੁਲਮ ਕੀਤੇ, ਮੰਨਿਆ ਜਾਂਦਾ ਇੱਦਾਂ, ਮਤਲਬ ਕਹਿੰਦੇ ਨੇ ਲੋਕ। ਬਟ ਇੱਕ ਚੀਜ਼ ਆਪਣੇ ਕੋਲ ਐਗਜ਼ਾਮਪਲ ਮਿਲਦੀ ਹੈ ਕਿ ਇੱਕ ਸ਼੍ਰਿੰਗੇਰੀ ਟੈਂਪਲ ਕਰਕੇ ਹੈਗਾ, ਸ਼੍ਰਿੰਗੇਰੀ ਟੈਂਪਲ ਗੋਡਸ ਸ਼ਾਰਦਾ ਦਾ, ਹਿੰਦੂ ਦੀ ਗੋਡਸ ਹੈ ਸ਼ਾਰਦਾ। ਤਾਂ ਉਸ ਟੈਂਪਲ ਦੀ ਰਿਪੇਅਰ ਵਾਸਤੇ ਵੀ ਟੀਪੂ ਸੁਲਤਾਨ ਨੇ ਕਾਫੀ ਫੰਡਸ ਦਿੱਤੇ। ਠੀਕ ਹੈ ਨਾ, ਤਾਂ ਇਸ ਚੀਜ਼ ਨੂੰ ਆਪਾਂ ਚੈਲੰਜ ਮੰਨਦੇ ਕਿ ਉਹ ਸਹੀ ਵੀ ਸੀ ਕਿ ਨਹੀਂ, ਮਤਲਬ ਹਿੰਦੂਆਂ ਦੇ ਉੱਪਰ ਇਹਨੇ ਅਤਿਆਚਾਰ ਕੀਤੇ ਜਾਂ ਨਹੀਂ। ਇਹਦਾ ਮਤਲਬ ਉਹ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਨਹੀਂ ਸੀਗਾ ਜੀ, ਹੈਗਾ ਵੀ ਸੀ ਉਹ ਚੀਜ਼। ਠੀਕ ਹੈ ਨਾ, ਕਿਉਂਕਿ ਜੇ ਅਗਰ ਇੱਦਾਂ ਹੁੰਦਾ ਤਾਂ ਇਹ ਫੰਡਸ ਨਾ ਦਿੰਦਾ।
ਤਾਂ ਆਪਾਂ ਬਸ MCQ ਲਈ ਆਪਾਂ ਯਾਦ ਰੱਖਣਾ ਹੈ ਕਿ ਇਹਨੇ ਸ਼੍ਰਿੰਗੇਰੀ ਟੈਂਪਲ ਵਾਸਤੇ ਫੰਡਸ ਦਿੱਤੇ, ਕਿਹਨੇ? ਟੀਪੂ ਸੁਲਤਾਨ ਨੇ, ਕੈਪੀਟਲਿਸਟ ਮੂਵਮੈਂਟ ਲੈ ਕੇ ਆਉਂਦੀ ਇੰਡੀਆ ਦੇ ਵਿੱਚ। ਚਲੋ ਇਹ ਕੁਛ ਸੀਗਾ ਜੀ ਆਪਣਾ ਮਾਈਸੂਰ ਦਾ। ਹੁਣ ਨੈਕਸਟ ਆਪਾਂ ਜਿਹੜੀ ਸਟੇਟ ਕਰਦੇ ਹਾਂ ਉਹ ਮਰਾਠਾ ਸਟੇਟ ਕਰਦੇ ਹਾਂ। ਮਰਾਠਾਸ ਦੇ ਵਿੱਚ ਬੇਸਿਕਲੀ 5 ਫੈਮਲੀਜ਼ ਸੀਗੀਆਂ ਜਿਹੜੀਆਂ ਕਿ ਅੱਗੇ ਉੱਭਰ ਕੇ ਆਈਆਂ, ਠੀਕ ਹੈ। ਆਪਾਂ ਦੇਖ ਲੈਣਾ ਕਿਹੜੀ ਕਿਹੜੀਆਂ। ਇਹ 5 ਇੰਪੋਰਟੈਂਟ ਨੇ ਜੀ ਵਿਦ ਨੇਮਸ, ਕਿ ਗਾਇਕਵਾੜ ਸੀਗੇ ਜਿਹੜੇ ਉਹ ਬੜੌਦਾ ਦੇ ਵਿੱਚ ਸੀਗੇ, ਭੋਂਸਲੇ ਸੀ ਜਿਹੜੇ ਉਹ ਨਾਗਪੁਰ ਦੇ ਵਿੱਚ ਸੀ, ਹੋਲਕਰਸ ਇੰਦੌਰ ਦੇ ਵਿੱਚ, ਸਿੰਧੀਆਸ ਗਵਾਲੀਅਰ ਅਤੇ ਪੇਸ਼ਵਾ ਪੂਨਾ, ਇਹ ਮੋਸਟ ਇੰਪੋਰਟੈਂਟ ਹੈ। ਇਹ 5 ਜਿਹੜੀਆਂ ਫੈਮਲੀਜ਼ ਸੀਗੀਆਂ ਡਿਫਰੈਂਟ ਫੈਮਲੀਜ਼ ਸੀਗੀਆਂ ਮਰਾਠਾਸ ਦੀਆਂ। ਤਾਂ ਡਿਫਰੈਂਟ ਫੈਮਲੀਜ਼ ਨੇ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਆਪਣੇ ਗੜ੍ਹ ਬਣਾ ਲਏ ਸੀ, ਆਪਣੀ ਹੈੱਡਕੁਆਟਰਸ ਬਣਾ ਲਏ ਸੀ ਕਹਿਣ ਦਾ ਮਤਲਬ, ਠੀਕ ਹੈ। ਦੇਖੋ ਪੂਨਾ ਦੇ ਵਿੱਚ ਪੇਸ਼ਵਾ, ਨਾਗਪੁਰ ਦੇ ਵਿੱਚ ਭੋਂਸਲੇ, ਬੜੌਦਾ ਦੇ ਵਿੱਚ ਗਾਇਕਵਾੜ, ਇੰਦੌਰ ਦੇ ਵਿੱਚ ਹੋਲਕਰ, ਗਵਾਲੀਅਰ ਦੇ ਵਿੱਚ ਸਿੰਧੀਆ, ਠੀਕ ਹੈ। ਤਾਂ ਡਿਫਰੈਂਟ ਗੜ੍ਹ ਬਣਾ ਲਏ ਸੀ ਆਪਣੇ। ਇਹ ਸਾਰਾ ਜਿਹੜਾ ਸੈਫਰਨ ਕਲਰ ਦੇ ਵਿੱਚ ਹੈ ਇਹ ਮਰਾਠਾ ਇੰਪਾਇਰ ਹੈਗਾ। ਇਹ ਆਪਾਂ ਪੜ੍ਹ ਕੇ ਹਟੇ ਮਾਈਸੂਰ, ਠੀਕ ਹੈ। ਬੰਗਾਲ ਵੀ ਆਪਾਂ ਨੇ ਕਰ ਲਿਆ, ਅਵਧ ਆਪਾਂ ਕਰਾਂਗੇ ਹਲੇ, ਠੀਕ ਹੈ। ਇੱਕ ਹੈਗਾ ਹੈਦਰਾਬਾਦ। ਹੁਣ ਆਪਾਂ ਪੜ੍ਹ ਰਹੇ ਹਾਂ ਮਰਾਠਾ ਰੀਜਨ, ਕਿ ਮਰਾਠਾਸ ਦੇ ਉੱਪਰ ਅੰਗਰੇਜ਼ਾਂ ਨੇ ਕਿਵੇਂ ਜਿੱਤ ਹਾਸਲ ਕੀਤੀ। ਅੰਗਰੇਜ਼ਾਂ ਨੇ ਕੀਤੀ ਤਾਂ ਅਗੇਨ ਐਂਗਲੋ ਵਾਰ ਆਏਗੀ, ਠੀਕ ਹੈ ਨਾ, ਕਿ ਐਂਗਲੋ ਮਰਾਠਾ ਵਾਰ। ਪਹਿਲੀ ਵਾਰ ਕਦੋਂ ਹੋਈ ਸੀ? 1775 ਤੋਂ 82 ਦੇ ਵਿੱਚ। ਅਗੇਨ ਦੇਖੋ 64 ਦੇ ਵਿੱਚ ਕੀ ਸੀਗਾ? ਬੈਟਲ ਆਫ ਬਕਸਰ। ਸਿਰਫ 10 ਸਾਲਾਂ ਦੇ ਵਿੱਚ ਹੀ ਇਹ ਵਾਰ ਲੜ ਰਹੇ ਨੇ। ਇਹਦੋਂ ਬੇਸਿਕਲੀ ਹੋਇਆ ਕੀ ਸੀ, 1772 ਦੇ ਵਿੱਚ ਜਿਹੜਾ ਇੱਕ ਪੇਸ਼ਵਾ ਸੀਗਾ ਮਾਧਵ ਰਾਓ ਕਰਕੇ, ਉਹਦੀ ਡੈਥ ਹੋ ਗਈ ਸੀਗੀ। ਅਤੇ ਉਸ ਤੋਂ ਬਾਅਦ 'ਚੋਂ ਜਿਹੜਾ ਇਸ ਦਾ ਬੰਦੇ ਦਾ ਬੇਟਾ ਸੀਗਾ ਉਹਦਾ ਨਾਮ ਰੱਖ ਦਿੱਤਾ ਗਿਆ ਸਵਾਈ, ਮਤਲਬ ਸਵਾ ਆਪਾਂ ਜਿਹਨੂੰ ਕਹਿੰਦੇ ਹਾਂ ਸਵਾ, ਠੀਕ ਹੈ। ਸਵਾ ਕਿਵੇਂ ਪਾਓਗੇ ਤੁਸੀਂ? ਸਵਾ ਕਿੱਦਾਂ ਪਾਓਗੇ? 1, ਚਲੋ ਜਿਵੇਂ ਵੀ ਪਾਓਗੇ, ਹਾਂ ਇਹੀ 1/4 ਸਵਾ, ਠੀਕ ਹੈ। ਇੱਦਾਂ ਨਿਊ ਬੋਰਨ ਇਨਫੈਂਟ ਸੀ, ਉਹਨੂੰ ਸਵਾਈ ਮਾਧਵ ਰਾਓ ਕਿਹਾ ਜਾਣ ਲੱਗਿਆ, ਠੀਕ ਹੈ। ਜਿਵੇਂ ਮਾਧਵ ਰਾਓ ਹੈ, ਮਾਧਵ ਰਾਓ ਦੇ ਬੇਟੇ ਨੂੰ ਕਿਹਾ ਜਾਣ ਲੱਗਿਆ ਸਵਾਈ ਮਾਧਵ ਰਾਓ। ਹੁਣ ਇਸ ਦੀ ਡੈਥ ਤੋਂ ਬਾਅਦ ਇਹ ਜਿਹੜਾ ਮਾਈਨਰ ਸਨ ਸੀ ਉਹ ਗੱਦੀ 'ਤੇ ਬੈਠਿਆ ਪੇਸ਼ਵਾਦੀ 'ਤੇ ਲੀਗਲੀ, ਠੀਕ ਹੈ ਨਾ। ਤਾਂ ਇਸ ਦੇ ਜਿਹੜਾ ਇਹ ਸਵਾਈ ਮਾਧਵ ਰਾਓ ਸੀ ਜਿਹੜਾ ਇਨਫੈਂਟ ਸੀ ਮਤਲਬ ਛੋਟਾ ਬੱਚਾ ਸੀ, ਹਲੇ ਪੈਦਾ ਹੀ ਹੋਇਆ ਸੀ। ਤਾਂ ਉਸ ਦੇ ਕਲੇਮ ਨੂੰ ਜਿਹੜਾ ਸਪੋਰਟ ਕਰਨ ਵਾਲਾ ਇੱਕ ਗਰੁੱਪ ਸੀ ਉਹਨੂੰ ਕਹਿੰਦੇ ਸੀ 12 ਭਾਈ। 12 ਬੰਦਿਆਂ ਦਾ ਗਰੁੱਪ ਸੀਗਾ ਜਿਹੜਾ ਕਿ ਇਹ ਜਿਹੜਾ ਇਨਫੈਂਟ ਸੀ ਇਹਦੇ ਕਲੇਮ ਨੂੰ ਸਪੋਰਟ ਕਰ ਰਿਹਾ ਸੀ ਕਿ ਹਾਂ ਮਾਧਵ ਰਾਓ ਤੋਂ ਬਾਅਦ ਸਵਾਈ ਮਾਧਵ ਰਾਓ ਨੂੰ ਹੀ ਪੇਸ਼ਵਾ ਬਣਨਾ ਚਾਹੀਦਾ, ਠੀਕ ਹੈ। ਇਹ 12 ਭਾਈ ਸੀਗੇ ਜਿਹੜੇ ਇਸ ਚੀਜ਼ ਨੂੰ ਸਪੋਰਟ ਕਰ ਰਹੇ ਸੀ। ਇਹਨਾਂ ਦਾ ਹੈੱਡ ਕੌਣ ਸੀਗਾ? ਨਾਨਾ ਫੜਨਵੀਸ। ਇਹ ਇੰਪੋਰਟੈਂਟ ਨਾਮ ਹੈ ਜੀ ਕਾਫੀ, ਨਾਨਾ ਫੜਨਵੀਸ। ਤਾਂ ਆਪਾਂ ਕਹਿ ਸਕਦੇ ਹਾਂ ਕਿ ਨਾਨਾ ਫੜਨਵੀਸ ਸਵਾਈ ਮਾਧਵ ਰਾਓ ਨੂੰ ਸਪੋਰਟ ਕਰ ਰਹੇ ਸੀਗੇ, ਕਿਉਂਕਿ ਦੇਖੋ ਕੋਈ ਵੀ ਰੂਲਰ ਜਦੋਂ ਮਰਦਾ ਹੈਗਾ, ਡੈਥ ਹੁੰਦੀ ਹੈ, ਤਾਂ ਉਹਦੀ ਜਿਹੜੀ ਗੱਦੀ ਦੇ ਉੱਪਰ ਬੈਠਣ ਲਈ ਹੋਰ ਵੀ ਬਹੁਤ ਸਾਰੇ ਨਾਮ ਆਉਂਦੇ ਨੇ, ਮੈਂ ਬੈਠੂੰ, ਠੀਕ ਹੈ ਨਾ। ਤਾਂ ਇੱਦਾਂ ਹੁੰਦਾ ਰਹਿੰਦਾ ਹੈਗਾ। ਤਾਂ ਇਸ ਦੇ ਮਰਨ ਤੋਂ ਬਾਅਦ ਵੀ ਇਹ ਚੀਜ਼ਾਂ ਹੋਈਆਂ, ਠੀਕ ਹੈ। ਇੱਕ ਰਘੂਨਾਥ ਰਾਓ ਕਰਕੇ ਇੱਕ ਹੋਰ ਆਉਂਦੇ ਨੇ, ਠੀਕ ਹੈ। ਤਾਂ ਉਹਨਾਂ ਨੇ ਕਲੇਮ ਕੀਤਾ ਕਿ ਮੈਂ ਬੈਠੂੰਗਾ। ਤਾਂ ਇਹ ਚੀਜ਼ਾਂ ਆਈਆਂ ਸੀ ਉਦੋਂ ਬਾਅਦ 'ਚ, ਜਿਹੜਾ ਆਪਾਂ ਅੱਗੇ ਪੜ੍ਹਦੇ ਹਾਂ ਰਘੂਨਾਥ। ਤਾਂ ਇਸੇ ਕਰਕੇ ਜਿਹੜੀ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਉਹ, ਆਪਾਂ ਨੇ ਸਿਰਫ ਯਾਦ ਰੱਖਣਾ ਕਿ ਫਸਟ ਵਾਰ ਹੋਈ ਐਂਗਲੋ ਮਰਾਠਾ ਵਾਰ ਹੋਈ, ਅਤੇ ਜਿਹੜਾ ਉਹਦਾ ਰਿਜ਼ਲਟ ਸੀਗਾ ਉਹ ਸੀ ਟਰੀਟੀ ਆਫ ਸਾਲਬਾਈ। ਕਾਫੀ ਇੰਪੋਰਟੈਂਟ ਟਰੀਟੀ ਹੈ ਜੀ ਇਹ, ਟਰੀਟੀ ਆਫ ਸਾਲਬਾਈ 1782 ਦੇ ਵਿੱਚ ਹੋਈ ਸੀ। ਇਸ ਟਰੀਟੀ ਦੇ ਵਿੱਚ ਜਿਹੜਾ ਰਿਜ਼ਲਟ ਸੀ ਉਹ ਕੀ ਸੀਗਾ? ਇੱਕ ਪ੍ਰੋਵੀਜ਼ਨ ਇਹ ਸੀਗੀ ਕਿ 20 ਸਾਲਾਂ ਲਈ, ਐਟਲੀਸਟ 20 ਸਾਲਾਂ ਲਈ ਅੰਗਰੇਜ਼ ਅਤੇ ਮਰਾਠੇ ਆਪਸ ਦੇ ਵਿੱਚ ਲੜਨਗੇ ਨਹੀਂ, ਇਕੱਠੇ ਹੋ ਕੇ ਰਹਿਣਗੇ ਅੰਗਰੇਜ਼ ਅਤੇ ਮਰਾਠੇ ਐਟਲੀਸਟ 20 ਸਾਲਾਂ ਲਈ। ਇਹ ਜਿਹੜੀ ਚੀਜ਼ ਸੀਗੀ, ਇਹ ਚੀਜ਼ ਨੂੰ ਅੰਗਰੇਜ਼ਾਂ ਨੂੰ ਬਹੁਤ ਹੈਲਪ ਮਿਲੀ, ਕਿਉਂਕਿ ਅੰਗਰੇਜ਼ਾਂ ਨੇ ਦੇਖਿਆ ਕਿ ਮਰਾਠਾ ਨਾਲ ਤਾਂ ਚਲੋ ਆਪਾਂ ਨੇ ਹੁਣ ਪੀਸ ਬਣਾ ਲਈ, ਮਰਾਠਾ ਤਾਂ ਆਪਣੇ 'ਤੇ ਲੜਾਈ ਕਰਦੇ ਨੇ ਆਪਣੇ ਨਾਲ। ਇਹ ਟਾਈਮ ਪੀਰੀਅਡ ਅੰਗਰੇਜ਼ਾਂ ਨੇ ਹੋਰ ਜਿਹੜੇ ਰੀਜਨ ਨੇ ਉਹ ਜਿੱਤਣ ਲਈ ਬਹੁਤ ਯੂਟੀਲਾਈਜ਼ ਕੀਤੇ। ਆਪਾਂ ਨੇ ਦੇਖਿਆ 1799 ਦੇ ਵਿੱਚ ਮਾਈਸੂਰ ਜਿੱਤ ਲਿਆ ਸੀ ਇਹਨਾਂ ਨੇ, ਅੰਗਰੇਜ਼ਾਂ ਨੇ, ਠੀਕ ਹੈ ਨਾ। ਤਾਂ ਮਤਲਬ ਕੀ ਹੈ 1782 ਤੋਂ ਲੈ ਕੇ 1802 ਤੱਕ ਤਾਂ ਪੀਸ ਦੇ ਵਿੱਚ ਸੀਗੇ ਮਰਾਠਾਸ ਨਾਲ ਅੰਗਰੇਜ਼ ਸੀ ਜਿਹੜੇ। ਤਾਂ ਇਹੀ ਜਿਹੜਾ ਟਾਈਮ ਪੀਰੀਅਡ ਸੀ 20 ਸਾਲ ਅੰਗਰੇਜ਼ਾਂ ਨੇ ਬਹੁਤ ਅੱਛੀ ਤਰ੍ਹਾਂ ਯੂਟੀਲਾਈਜ਼ ਕੀਤਾ ਹੋਰ ਜਿਹੜੀਆਂ ਪਾਵਰਸ ਸੀਗੀਆਂ ਉਹਨਾਂ ਨੂੰ ਦਬਾਉਣ ਵਾਸਤੇ, ਹੋਰ ਜਿਹੜੇ ਰੀਜਨ ਸੀ ਜਿੱਤਣ ਵਾਸਤੇ। ਉਹਨਾਂ ਦੇ ਵਿੱਚ ਇੱਕ ਸੀ ਮਾਈਸੂਰ, ਜਿਹੜਾ ਆਪਾਂ ਕਰ ਚੁੱਕੇ ਹਾਂ ਹੁਣ ਆਲਰੇਡੀ, ਠੀਕ ਹੈ। ਹੁਣ ਸੈਕਿੰਡ ਮਰਾਠਾ ਵਾਰ ਦੀ ਗੱਲ ਕਰੀਏ ਆਪਾਂ, ਉਹ ਕਦੋਂ ਹੋਈ ਹੈ? ਜਸਟ 1 ਸਾਲ ਬਾਅਦ, ਜਦੋਂ ਕਿ ਜਿਹੜੀ ਪੀਸ ਐਗਰੀਮੈਂਟ ਸੀ ਐਂਡ ਹੋਇਆ 1802 ਦੇ ਵਿੱਚ ਪੀਸ ਐਗਰੀਮੈਂਟ ਐਂਡ ਹੋ ਗਿਆ। ਜਸਟ 1 ਸਾਲ ਬਾਅਦ ਹੀ ਸੈਕਿੰਡ ਮਰਾਠਾ ਵਾਰ ਹੋ ਗਈ, ਠੀਕ ਹੈ। ਹੁਣ ਇਹ ਜਿਹੜੀ ਵਾਰ ਹੋਈ ਹੈ ਇਹਦੇ ਨਾਲ ਇੱਕ ਟਰੀਟੀ ਕੰਸਰਨਡ ਹੈਗੀ, ਟਰੀਟੀ ਆਫ ਬਸੀਨ। ਬਟ ਇੱਥੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕਿ ਇਹ ਵਾਰ ਤੋਂ ਬਾਅਦ ਨਹੀਂ ਹੋਈ, ਟਰੀਟੀ ਇਹ ਟਰੀਟੀ ਹੋਈ ਸੀ ਪਹਿਲਾਂ। ਟਰੀਟੀ ਬਲਕਿ ਕਾਰਨ ਸੀਗੀ ਇਹ ਵਾਰ ਦਾ
ਇੱਕ ਮੰਨ ਲਓ ਟ੍ਰੀਟੀ ਹੋ ਗਈ, ਦੇਖੋ ਨੋਰਮਲੀ ਕੀ ਹੁੰਦਾ ਹੈ, ਲੜਾਈ ਹੋ ਗਈ, ਲੜਾਈ ਤੋਂ ਬਾਅਦ ਸੰਧੀ ਹੋ ਗਈ, ਨੋਰਮਲੀ ਇਹ ਹੁੰਦਾ ਹੈਗਾ। ਬਟ ਇਹ ਜਿਹੜੀ ਸੈਕਿੰਡ ਮਰਾਠਾ ਵਾਰ ਸੀ, ਇਸ ਦੇ ਵਿੱਚ ਉਲਟ ਹੋਇਆ ਹੈ। ਇੱਕ ਸੰਧੀ ਹੋਈ ਪਹਿਲਾਂ, ਠੀਕ ਹੈ, ਸੰਧੀ ਹੋਈ ਜਿਹੜਾ ਕਿ ਕਾਰਨ ਬਣੀ ਇੱਕ ਵੋਰ ਹੋਣ ਦਾ, ਸੰਧੀ ਕਾਰਨ ਬਣੀ ਇੱਕ ਲੜਾਈ ਹੋਣ ਦਾ, ਠੀਕ ਹੈ ਨਾ। ਉਹ ਆਪਾਂ ਦੇਖਦੇ ਕਿਵੇਂ। ਪਹਿਲਾਂ ਤਾਂ ਤੁਸੀਂ ਇਹੀ ਯਾਦ ਰੱਖਣਾ ਹੈ ਵੀ ਟ੍ਰੀਟੀ ਆਫ ਬਸੀਨ ਸੀ ਜਿਹੜੀ ਉਹ 1802 ਦੇ ਵਿੱਚ ਹੋਈ, ਠੀਕ ਹੈ। ਕਿਹਦੇ ਵਿੱਚ ਹੋਈ ਇਹ? ਇੱਕ ਤਾਂ ਬਾਜੀ ਰਾਓ ਟੂ ਸੀਗਾ ਜਿਹੜਾ ਕਿ ਪੇਸ਼ਵਾ ਸੀ ਉਸ ਟਾਈਮ 'ਤੇ, ਕਿਹਦੇ ਨਾਲ? ਅੰਗਰੇਜ਼ਾਂ ਦੇ ਨਾਲ, ਓਬਵੀਅਸ ਜੀ ਗੱਲ ਹੈ। ਬਟ ਜਿਹੜਾ ਇਹ ਪੇਸ਼ਵਾ ਸੀ ਨਾ, ਇਹ ਪੇਸ਼ਵੇ ਕੋਲੇ ਕੋਈ ਜ਼ਿਆਦਾ ਅਥੋਰਿਟੀ ਹੈ ਨਹੀਂ ਸੀਗੀ, ਠੀਕ ਹੈ। ਇਸ ਕਰਕੇ ਇਸ ਟ੍ਰੀਟੀ ਨੂੰ ਟ੍ਰੀਟੀ ਵਿਦ ਸਿਫਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਪੇਸ਼ਵਾ ਕੋਲੇ ਜ਼ਿਆਦਾ ਪਾਵਰ ਨਹੀਂ ਸੀਗੀ, ਤਾਂ ਕਰਕੇ ਪੇਸ਼ਵਾ ਨੂੰ ਸਿਫਰ ਕਿਹਾ ਜਾਂਦਾ, ਜ਼ੀਰੋ। ਕਿ ਅੰਗਰੇਜ਼ਾਂ ਨੇ ਜਿਹੜੀ ਟ੍ਰੀਟੀ ਸਾਈਨ ਕੀਤੀ ਹੈ ਉਹ ਪੇਸ਼ਵਾ ਨਾਲ ਨਹੀਂ ਬਲਕਿ ਇੱਕ ਸਿਫਰ ਨਾਲ ਸਾਈਨ ਕੀਤੀ ਹੈ, ਕਿਉਂਕਿ ਇਸ ਬੰਦੇ ਕੋਲੇ ਜ਼ਿਆਦਾ ਪਾਵਰ ਹੀ ਨਹੀਂ ਸੀਗੀ, ਜ਼ਿਆਦਾ ਅਥੋਰਿਟੀ ਨਹੀਂ ਸੀਗੀ, ਠੀਕ ਹੈ ਨਾ। ਕਲੇਮ ਕਰਦਾ ਸੀ ਮੈਂ ਪੇਸ਼ਵਾ, ਪਰ ਇਹਨੂੰ ਕੋਈ ਪੇਸ਼ਵਾ ਮੰਨਦਾ ਨਹੀਂ ਸੀ, ਆਪਾਂ ਇੱਦਾਂ ਮੰਨ ਸਕਦੇ ਹਾਂ, ਠੀਕ ਹੈ ਨਾ। ਤਾਂ ਇਸ ਕੋਲ ਕੋਈ ਜ਼ਿਆਦਾ ਪਾਵਰ ਨਹੀਂ ਸੀ। ਇਸੇ ਕਰਕੇ ਤੁਸੀਂ ਯਾਦ ਰੱਖਣਾ MCQ ਵਾਸਤੇ ਕਿ ਜਿਹੜੀ ਟ੍ਰੀਟੀ ਆਫ ਬਸੀਨ ਹੈ ਉਹਨੂੰ ਟ੍ਰੀਟੀ ਵਿਦ ਸਿਫਰ ਵੀ ਕਿਹਾ ਜਾਂਦਾ, ਇਹ ਆਪਾਂ ਨੇ ਯਾਦ ਰੱਖਣਾ ਹੈ। ਇਹ ਬੇਸਿਕਲੀ ਇੱਕ ਸਬਸਿਡਰੀ ਅਲਾਇੰਸ ਟ੍ਰੀਟੀ ਹੈ, ਠੀਕ ਹੈ। ਸਬਸਿਡਰੀ ਅਲਾਇੰਸ ਬੇਸਿਕਲੀ ਹੁੰਦੀ ਕੀ ਹੈ ਕਿ ਜਦੋਂ ਅੰਗਰੇਜ਼ਾਂ ਦੀ ਅੰਡਰ ਆ ਗਏ, ਮੰਨ ਲਓ ਤੁਸੀਂ, ਠੀਕ ਹੈ, ਮਰਾਠਿਆਂ ਨੇ ਅੰਗਰੇਜ਼ਾਂ ਦੇ ਅੰਡਰ ਆ ਗਏ, ਤੁਸੀਂ ਮੋਟਾ ਮੋਟਾ ਇਹ ਸਮਝ ਸਕਦੇ ਹੋ। ਬਾਕੀ ਡਿਟੇਲ ਦੇ ਵਿੱਚ ਆਪਾਂ ਕਮਿੰਗ ਚੈਪਟਰ ਦੇ ਵਿੱਚ ਦੇਖਾਂਗੇ ਕਿ ਸਬਸਿਡਰੀ ਅਲਾਇੰਸ ਹੁੰਦਾ ਕੀ ਹੈ। ਇੱਕ ਵਾਰੀ ਤੁਸੀਂ ਇਹ ਸਮਝੋ ਕਿ ਉਹਨਾਂ ਦੇ ਅੰਡਰ ਆ ਗਏ, ਅੰਗਰੇਜ਼ਾਂ ਦੇ ਅੰਡਰ ਆ ਗਏ ਮਰਾਠੇ, ਤਾਂ ਟ੍ਰੀਟੀ ਆਫ ਬਸੀਨ ਇਹੋ ਜਿਹੀ ਟ੍ਰੀਟੀ ਸੀ ਜਿਸ ਨਾਲ ਕਿ ਮਰਾਠੇ ਅੰਡਰ ਆ ਗਏ ਸੀ ਅੰਗਰੇਜ਼ਾਂ ਦੇ। ਹੁਣ ਇਹ ਟ੍ਰੀਟੀ ਤਾਂ ਸਾਈਨ ਕਰ ਲਈ ਬਾਜੀ ਰਾਓ 1 ਨੇ, ਠੀਕ ਹੈ, ਬਟ ਜਿਹੜੇ ਹੋਰ ਬੰਦੇ ਸੀ ਮਰਾਠੇ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਹੈਗੀ। ਇਸੇ ਕਰਕੇ ਜਿਹੜਾ ਇਹ ਟ੍ਰੀਟੀ ਹੈ ਇਹ ਇੱਕ ਲੜਾਈ ਦਾ ਕਾਰਨ ਬਣਿਆ, ਕਿਉਂਕਿ ਟ੍ਰੀਟੀ ਸਾਈਨ ਕਰ ਲਈ ਸਬਸਿਡਰੀ ਅਲਾਇੰਸ, ਜਿਹੜੇ ਹੋਰ ਮਰਾਠੇ ਨੇ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ ਅਤੇ ਉਹਨਾਂ ਨੇ ਫਿਰ ਅੰਗਰੇਜ਼ਾਂ ਦੇ ਖਿਲਾਫ ਜੰਗ ਛੇੜਤੀ। ਤਾਂ ਇਹੀ ਕਾਰਨ ਹੈ ਕਿ ਜਿਹੜੀ ਟ੍ਰੀਟੀ ਹੈ ਇਹ ਵਾਰ ਦਾ ਕਾਰਨ ਬਣੀ, ਠੀਕ ਹੈ। ਤੁਸੀਂ ਇਹ ਵੀ ਇੱਕ ਚੀਜ਼ ਇੱਕ ਵਾਰੀ ਦੁਬਾਰਾ ਦੇਖ ਲਓ ਵੀਡੀਓ ਨੂੰ, ਠੀਕ ਹੈ, ਉਹ ਜ਼ਿਆਦਾ ਕਲੈਰਿਟੀ ਆ ਜਾਏਗੀ। ਚਲੋ ਹੁਣ ਥਰਡ ਮਰਾਠਾ ਵਾਰ ਦੀ ਗੱਲ ਕਰੀਏ ਆਪਾਂ। ਦੇਖੋ ਕਾਫੀ ਟਾਈਮ ਬਾਅਦ ਹੋਈ ਹੈ ਹੁਣ, ਇਹ 1803 ਤੋਂ 5 ਦੇ ਵਿੱਚ ਹੋਈ ਸੀ, ਅਤੇ ਉਦੋਂ 10-12 ਸਾਲ ਬਾਅਦ ਇਹ ਹੋਈ ਹੈ ਥਰਡ ਐਂਗਲੋ ਮਰਾਠਾ ਵਾਰ। ਇੱਥੇ ਹਾਸਟਿੰਗਸ ਆ ਗਏ ਸੀਗੇ, ਇਹਦਾ ਟਾਈਮ ਪੀਰੀਅਡ ਕੀ ਹੈ ਜੀ 1813 ਤੋਂ ਲੈ ਕੇ 1823, ਲੋਰਡ ਹਾਸਟਿੰਗਸ ਦਾ, ਠੀਕ ਹੈ। ਇੱਕ ਵਾਰਨ ਹਾਸਟਿੰਗ ਸੀਗੀ ਆਪਣੇ ਕੋਲੇ, ਠੀਕ ਹੈ, ਇਹ ਡਿਫਰੈਂਟ ਨੇਗੇ। ਇਹਨਾਂ ਦਾ ਟਾਈਮ ਪੀਰੀਅਡ ਕੀ ਸੀਗਾ ਜੀ ਆਲਮੋਸਟ 1775 ਤੋਂ ਲੈ ਕੇ ਜਾਂ 73 ਤੋਂ ਲੈ ਕੇ 85 ਤੱਕ ਆਲਮੋਸਟ ਇਹੋ ਜਿਹਾ ਕੁਛ ਟਾਈਮ ਪੀਰੀਅਡ ਸੀ ਵਾਰਨ ਹਾਸਟਿੰਗ ਦਾ, ਠੀਕ ਹੈ। ਹੁਣ ਇਹਦਾ ਕਾਰਨ ਕੀ ਬਣਿਆ ਦੇਖੋ ਥਰਡ ਮਰਾਠਾ ਵਾਰ ਦਾ। ਹੁਣ ਦੇਖੋ ਆਪਾਂ ਕਰਕੇ ਆਏ ਹਾਂ ਕਿ ਸੈਕਿੰਡ ਮਰਾਠਾ ਵਾਰ ਸੀ ਜਿਹੜੀ ਟ੍ਰੀਟੀ ਆਫ ਬਸੀਨ ਸੀਗੀ, ਟ੍ਰੀਟੀ ਆਫ ਬਸੀਨ ਸੀ ਜਿਹੜੀ ਇਹ ਇੱਕ ਸਬਸਿਡਰੀ ਅਲਾਇੰਸ ਟ੍ਰੀਟੀ ਸੀਗੀ। ਸਬਸਿਡਰੀ ਅਲਾਇੰਸ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਜਿਹੜੀ ਸਟੇਟ ਹੈ, ਮੰਨ ਲਓ ਮਰਾਠਾ ਨੇ ਸਾਈਨ ਕਰ ਲਈ, ਤਾਂ ਮਰਾਠਿਆਂ ਨੂੰ ਆਪਣੀ ਜਿਹੜੀ ਆਰਮੀ ਹੈ ਜਿਹੜੀ ਉਹ ਘਟਾਉਣੀ ਪਊਗੀ ਕਿ ਤੁਸੀਂ ਜ਼ਿਆਦਾ ਆਰਮੀ ਆਪਣੀ ਨਹੀਂ ਰੱਖ ਸਕਦੇ। ਇਹ ਸਬਸਿਡਰੀ ਅਲਾਇੰਸ ਦੀ ਟ੍ਰੀਟੀ ਦੀ ਇੱਕ ਪ੍ਰੋਵੀਜ਼ਨ ਹੈ ਕਿ ਜ਼ਿਆਦਾ ਤੁਸੀਂ ਆਰਮੀ ਨਹੀਂ ਰੱਖ ਸਕਦੇ ਹੈਗੇ ਆਪਣੀ, ਠੀਕ ਹੈ, ਇਹ ਚੀਜ਼ ਹੈਗੀ।